स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਦੁਨੀਆ ਦੇ ਹਰ ਕੋਨੇ ਦੇ ਵਿੱਚ ਰਹਿੰਦਾ ਨਾਨਕ ਨਾਮ ਲੈਵਾ ਸਿੱਖ ਆਪਣੀ ਅਰਦਾਸ ਦੇ ਵਿੱਚ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਮੰਗਦਾ। ਦੇਖੋ ਸਿੱਖੀ ਦਾ ਫਲਸਫਾ ਕਿੰਨਾ ਹੈ। ਜੋ ਤੁਸੀਂ ਇਸ ਨੂੰ ਗੰਭੀਰਤਾ ਨਾਲ ਦੇਖੋਗੇ, ਜਦੋਂ ਅਸੀਂ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਅਸੀਂ ਸਿਰਫ ਮਨੁੱਖਤਾ ਦੇ ਭਲੇ ਦੀ ਅਰਦਾਸ ਨਹੀਂ ਕਰਦੇ, ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਹਰ ਉਸ ਜੀਵ ਜੰਤੂ ਲਈ ਅਰਦਾਸ ਕਰਦੇ ਹਾਂ ਜਿਹਦੇ ਵਿੱਚ ਸਾਹ ਵਸਦੇ ਨੇ। ਇਸੇ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਔਰ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਬੜੀਆਂ ਸਾਰੀਆਂ ਅਜਿਹੀਆਂ ਸੰਸਥਾਵਾਂ ਜੁੜੀਆਂ ਨੇ ਜਿਨ੍ਹਾਂ ਨੇ ਇੱਕ ਮਿਸ਼ਨ ਬਣਾਇਆ ਹੋਇਆ ਮਨੁੱਖਤਾ ਨੂੰ ਜ਼ਿੰਦਾ ਰੱਖਣ ਦੇ ਲਈ, ਉਹਨਾਂ ਲੋੜਵੰਦਾਂ ਤੱਕ ਜ਼ਰੂਰਤਮੰਦਾਂ ਦੇ ਹੱਥ ਪਹੁੰਚਾਉਣ ਦੇ ਲਈ। ਉਹ ਸੰਸਥਾਵਾਂ ਨਿਰੰਤਰ ਕੰਮ ਕਰ ਰਹੀਆਂ ਨੇ, ਨਾ ਸਿਰਫ ਭਾਰਤ ਦੇ ਵਿੱਚ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ। ਅੱਜ ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਦੇ ਵਿੱਚ ਚਲੇ ਜਾਓ, ਤੁਹਾਨੂੰ ਸਿੱਖਾਂ ਦੇ ਝੰਡੇ ਬੁਲੰਦ ਨਜ਼ਰ ਆਉਣਗੇ, ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਣਗੇ। ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਨੇ ਇਹ ਸਾਰੀਆਂ ਬੁਲੰਦੀਆਂ ਹਾਸਲ ਕੀਤੀਆਂ ਨੇ। ਇੱਕ ਗੱਲ ਹੁੰਦੀ ਹੈ ਕਿ ਸਿਰਫ ਬੁਲੰਦੀਆਂ ਹਾਸਲ ਕਰਨਾ, ਜਦੋਂ ਤੁਸੀਂ ਉਸ ਬੁਲੰਦੀ ਤੇ ਪਹੁੰਚ ਜਾਂਦੇ ਹੋ ਤਾਂ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹੋ ਜਿਹੜੇ ਲੋੜਵੰਦ ਨੇ, ਉਹਨਾਂ ਲੋਕਾਂ ਤੱਕ ਪਹੁੰਚ ਕਰਦੇ ਹੋ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੁੰਦੀ ਹੈ। ਇਸੇ ਕਰਕੇ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਨਿਰੰਤਰ ਕੰਮ ਕਰ ਰਹੀਆਂ ਨੇ। ਅੱਜ ਸਾਡੇ ਨਾਲ ਇੱਕ ਖਾਸ ਸੰਸਥਾ ਦੇ ਮੈਂਬਰ ਕੁਝ ਜੁੜੇ ਹੋਏ ਨੇ। ਉਹ ਸੰਸਥਾ ਜੋ ਪਿਛਲੇ ਲੰਬੇ ਸਮੇਂ ਤੋਂ ਸੱਚੀ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਜਦੋਂ ਸੱਚੀ ਮਨੁੱਖਤਾ ਦੀ ਡੈਫੀਨੇਸ਼ਨ ਦੀ ਅਸੀਂ ਭਾਲ ਕਰਦੇ ਹਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਕਿ ਸੱਚੀ ਮਨੁੱਖਤਾ ਦੀ ਸੇਵਾ ਕੀ ਹੁੰਦੀ ਆ। ਅੱਜ ਦੀ ਡਿਬੇਟ ਦੇ ਵਿੱਚ, ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬੜੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਤੇ ਕਿੰਤੂ ਪਰੰਤੂ ਕਈ ਤਰ੍ਹਾਂ ਦੇ ਕੀਤੇ ਜਾਂਦੇ ਨੇ। ਕਈ ਤਰ੍ਹਾਂ ਦੇ ਫੰਡਿੰਗ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਕਿੰਤੂ ਪਰੰਤੂ ਕੀਤੇ ਜਾਂਦੇ ਨੇ। ਇਸ ਕਰਕੇ ਉਹਨਾਂ ਸੰਸਥਾਵਾਂ ਤੇ ਵਿਸ਼ਵਾਸ ਹੋਣਾ, ਵਿਸ਼ਵਾਸ ਦਾ ਡਗਮਗਾਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਇਹਨਾਂ ਸੰਸਥਾਵਾਂ ਲਈ ਹੁੰਦੀ ਹੈ ਕਿ ਤੁਸੀਂ ਆਪਣਾ ਵਕਾਰ, ਆਪਣਾ ਕਿਰਦਾਰ ਹੈ ਜਿਹੜਾ ਉਹ ਉਸੇ ਤਰ੍ਹਾਂ ਮੇਨਟੇਨ ਕਰਕੇ ਰੱਖੋ। ਸਾਡੇ ਨਾਲ ਅੱਜ ਮੌਜੂਦ ਨੇ ਯੂਨਾਈਟਿਡ ਸਿੱਖ ਮਿਸ਼ਨ ਸੰਸਥਾ ਦੇ ਕੁਝ ਮੈਂਬਰ। ਇਹਨਾਂ ਨੇ ਇੱਕ ਮਿਸ਼ਨ ਵਿੱਢਿਆ ਹੋਇਆ, ਉਹ ਮਿਸ਼ਨ ਵਿੱਢਿਆ ਹੋਇਆ ਲੋੜਵੰਦਾਂ ਤੱਕ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੇ ਲਈ। ਇਹਨਾਂ ਨੇ ਮਿਸ਼ਨ ਵਿੱਢਿਆ ਹੋਇਆ ਜੋ ਸਾਡੀ ਗੁਰਸਿੱਖੀ ਦੇ ਵਿੱਚ ਸਾਡੀ ਗੁੜਤੀ ਹੈਗੀ ਹੈ ਬਲਹਾਰੀ ਕੁਦਰਤ ਵਸਿਆ ਦੀ, ਉਸ ਮਿਸ਼ਨ ਨੂੰ ਕਾਇਮ ਕਰਨ ਦੇ ਲਈ। ਉਸ ਮਿਸ਼ਨ ਨੂੰ, ਜਿਸ ਮਿਸ਼ਨ ਦੇ ਵਿੱਚ ਇਹ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਭਾਵੇਂ ਕਿ ਅੱਜ ਸਾਨੂੰ ਇਹ ਚੀਜ਼ਾਂ ਬੜੀਆਂ ਛੋਟੀਆਂ ਲੱਗਦੀਆਂ ਨੇ, ਪਰ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਅਸੀਂ ਯਾਦ ਕਰਾਂਗੇ ਇਹਨਾਂ ਸੰਸਥਾਵਾਂ ਨੂੰ ਔਰ ਇਹਨਾਂ ਸੰਸਥਾਵਾਂ ਵੱਲੋਂ ਕੀਤੇ ਹੋਏ ਕੰਮਾਂ ਨੂੰ ਕਿ ਵਾਕਈ ਜੋ ਗੁਰਸਿੱਖੀ ਦੇ ਵਿੱਚ, ਗੁਰਬਾਣੀ ਦੇ ਵਿੱਚ ਸਾਡੇ ਜੀਵਨ ਜਾਂਚ ਕਈ ਸੌ ਸਾਲ ਪਹਿਲਾਂ ਗੁਰੂਆਂ ਨੇ ਦਿੱਤੀ ਸੀ, ਉਹ ਅੱਜ ਵੀ ਜਿਉਂਦੀ ਰੱਖਣੀ ਕਿਉਂ ਜ਼ਰੂਰੀ ਹੈ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਰਸ਼ਪਾਲ ਸਿੰਘ ਜੀ ਜੁੜੇ ਹੋਏ ਨੇ, ਪ੍ਰੈਜ਼ੀਡੈਂਟ ਨੇ ਯੂਨਾਈਟਿਡ ਸਿੱਖ ਮਿਸ਼ਨ USA ਦੇ। ਬਲੌਰ ਸਿੰਘ ਜੀ ਰਿਟਾਇਰਡ ਡਾਇਰੈਕਟਰ ਨੇ PEDA ਦੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। NP ਸਿੰਘ ਜੀ ਰਿਟਾਇਰਡ ਡੀਨ ਨੇ IKGPTU ਜਲੰਧਰ ਦੇ। ਔਰ ਸੁਖਪਾਲ ਸਿੰਘ ਧਨੋਆ ਸਾਹਿਬ ਸਾਡੇ ਪੱਤਰਕਾਰ ਵੀ ਨੇ ਔਰ ਕੋਆਰਡੀਨੇਟਰ ਨੇ USA ਤੋਂ ਇਸ ਸੰਸਥਾ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਇਹ ਸਾਰੇ ਮਹਿਮਾਨ ਇਸ ਸੰਸਥਾ ਦੇ ਨਾਲ, ਯੂਨਾਈਟਿਡ ਸਿੱਖ ਮਿਸ਼ਨ ਦੇ ਨਾਲ ਜੁੜੇ ਵੀ ਹੋਏ ਨੇ, ਕਿਉਂਕਿ ਇਸ ਮਿਸ਼ਨ ਦਾ ਇੱਕ ਫਲਸਫਾ ਬਹੁਤ ਵੱਡਾ, ਇਸ ਮਿਸ਼ਨ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ। ਇਸ ਕਰਕੇ ਅਸੀਂ ਇਸ ਪਲੇਟਫਾਰਮ ਤੇ ਇਹਨਾਂ ਨੂੰ ਲੈ ਕੇ ਆਏ ਹਾਂ, ਇਹ ਸਮਝੀਏ ਕਿ ਕਿਵੇਂ ਇਹ ਮਿਸ਼ਨ ਕੰਮ ਕਰਦਾ ਹੈ, ਅੱਗੇ ਆਉਣ ਵਾਲੇ ਇਹਨਾਂ ਦੇ ਪਲੈਨਿੰਗਸ ਕੀ ਨੇ ਔਰ ਕਿਵੇਂ ਸਿੱਖੀ ਦੇ ਝੰਡੇ ਇਹਨਾਂ ਕਰਕੇ ਬੁਲੰਦ ਰਹਿੰਦੇ ਨੇ। ਰਸ਼ਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗਾ, ਬਰੀਫ ਦੇ ਵਿੱਚ ਥੋੜਾ ਜਿਹਾ ਆਪਣੇ ਇਸ ਮਿਸ਼ਨ ਬਾਰੇ, ਇਸ ਸੰਸਥਾ ਬਾਰੇ ਦੱਸੋ। ਸਮੂਹ PTC ਦੇ ਦਰਸ਼ਕਾਂ ਨੂੰ ਯੂਨਾਈਟਿਡ ਸਿੱਖ ਮਿਸ਼ਨ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਥਾ 2005 ਚ ਹੋਂਦ ਚ ਆਈ ਸੀ, ਜਿਹਦਾ ਕੰਮ ਸਿਰਫ ਤੇ ਸਿਰਫ ਹਿਊਮੈਨਿਟੀ ਲਈ ਸੀਗਾ, ਕਿਉਂਕਿ ਇਹਦੇ ਵਿੱਚ ਕੋਈ ਵੀ ਪੋਲੀਟੀਕਲ, ਕੋਈ ਵੀ ਧਾਰਮਿਕ ਕੰਮ ਅਸੀਂ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਇਹਨਾਂ ਵਿੱਚ ਕਦੀ ਨਾ ਕਦੀ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਸੀ। 2005 ਤੋਂ ਅਸੀਂ ਇੱਕ ਕੈਂਪ ਜਿਹੜਾ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਸੀ, ਜਿਹਦਾ 2019 ਤੱਕ ਅਸੀਂ 430 ਕੈਂਪ ਜਿਹੜੇ ਆ ਉਹ UP, ਪੰਜਾਬ, ਹਿਮਾਚਲ ਤੇ ਦਿੱਲੀ ਦੇ ਵਿੱਚ ਲਾਏ ਹਨ। ਤਕਰੀਬਨ 2,33,187 ਆਈ ਡਰਾਪ ਦਿੱਤੇ ਗਏ ਹਨ। 1,40,500 ਕੁਛ ਜਿਹੜੀਆਂ ਉਹ ਨਿਗਾਹ ਦੀਆਂ ਐਨਕਾਂ ਦਿੱਤੀਆਂ ਗਈਆਂ ਹਨ ਤੇ 25,600 ਦੇ ਲਾਗੇ ਜਿਹੜੇ ਚਿੱਟੇ ਮੋਤੀਏ ਦੇ ਆਪਰੇਸ਼ਨ ਉਹਨਾਂ ਲੋੜਵੰਦ ਲੋਕਾਂ ਦੇ ਕਰਾਏ ਹਨ, ਜਿਨ੍ਹਾਂ ਨੂੰ ਇਹ ਕੰਮ ਕਰਨ ਤੋਂ ਅਸਰਮੱਥਾ ਪ੍ਰਗਟ ਕਰਦੇ ਸਨ। ਉਸ ਤੋਂ ਬਾਅਦ ਅਸੀਂ 2005 ਤੋਂ ਹੀ ਕਰਤਾਰਪੁਰ ਸਾਹਿਬ ਮਾਰਗ ਬਾਰੇ ਜਿਹੜਾ ਕਿ ਉਦਘਾਟਨ ਪਿੱਛੇ 2019 ਦੇ ਵਿੱਚ ਹੋਇਆ ਸੀਗਾ ਜੀ, ਸਰਤੋੜ ਯਤਨ ਕਰਦੇ ਰਹੇ। 2008 ਦੇ ਵਿੱਚ ਅਸੀਂ UN ਦੇ US ਫਾਰਮਰ ਅੰਬੈਸਡਰ ਜੌਨ W ਮੈਕਡੋਨਲਡ ਨੂੰ ਸੇਵਾਵਾਂ ਲਈਆਂ। ਉਹਨਾਂ ਦਾ ਇਹਨਾਂ ਦਾ ਨਾਮ ਬਦਲ ਕੇ ਸਾਊਥ ਏਸ਼ੀਅਨ ਪੀਸ ਕੋਰੀਡੋਰ ਰੱਖ ਦਿੱਤਾ ਜੀ। ਦੇ ਉਹਦੇ ਫਲ ਜਿੱਦਾਂ ਉਹਨੇ ਦੋਨਾਂ ਗਵਰਨਮੈਂਟ ਨੂੰ ਸਬਮਿਟ ਕੀਤਾ ਤੇ ਜਿਹਦਾ ਨਤੀਜਾ 2019 ਦੇ ਵਿੱਚ ਸਾਰੀ ਸੰਗਤ ਦੀਆਂ ਅਰਦਾਸਾਂ ਪੂਰੀਆਂ ਹੋਣ ਤੇ ਪ੍ਰਾਪਤੀ ਹੋ ਗਈ। ਜਦੋਂ 9/11 ਹੋਇਆ ਉਦੋਂ ਜਿਹੜੀ ਸਾਡੀ ਪੱਗ ਦੀ ਪ੍ਰੋਬਲਮ ਖੜੀ ਹੋ ਗਈ, ਕਿਉਂਕਿ
ਜਿਹੜੇ ਬੱਚੇ ਉਦੋਂ ਜਨਮ ਲੈ ਰਹੇ ਸੀ ਜਾਂ 2 4 5 ਸਾਲ ਦੇ ਸਨ ਉਹਨਾਂ ਨੂੰ 24 ਘੰਟੇ ਉਸ ਇਨਸਾਨ ਦੀ ਪਿਕਚਰ ਦਿਖਾਈ ਜਾਂਦੀ ਸੀ ਜਿਹਦੇ ਸਿਰ ਤੇ ਦਸਤਾਰ ਸੀਗੀ। ਬਿਲਕੁਲ ਠੀਕ। ਪਰ ਉਹ ਡਿਸਕ੍ਰਾਈਬ ਨਹੀਂ ਕਰ ਸਕੇ ਤੇ ਸਾਨੂੰ ਕੋਈ ਵੱਡਾ ਪਲੇਟਫਾਰਮ ਨਹੀਂ ਸੀ ਲੱਭ ਰਿਹਾ ਜਿਹਦੇ ਤੇ ਅਸੀਂ ਜਾ ਕੇ ਆਪਣਾ ਕੰਮ ਦੱਸ ਸਕੀਏ। ਲੰਬੀ ਜਦੋਜਹਿਦ ਤੋਂ ਬਾਅਦ 2015 ਦੇ ਵਿੱਚ ਪਹਿਲੀ ਵਾਰ ਸਾਨੂੰ ਜਿਹੜੀ ਰੋਜ਼ ਪਰੇਡ ਪੈਸਾਡੀਨਾ ਦੁਨੀਆ ਦੀ ਸਭ ਤੋਂ ਵੱਡੀ ਪਰੇਡ ਆ ਜੀ, ਜਿਹਦੇ 125 ਮਿਲੀਅਨ ਵਿਊਅਰ ਆ, ਉਹਨਾਂ ਵਿੱਚ ਸਾਨੂੰ ਇੱਕ ਸਿੱਖ ਫਲੋਟ ਲਾਉਣ ਦਾ ਮਾਣ ਹਾਸਲ ਹੋਇਆ। ਉਹਦਾ ਅਸੀਂ ਸਿੱਖ ਜਰਨੀ ਇਨ ਅਮਰੀਕਾ ਕੁਛ ਨਾਂ ਦਿੱਤਾ ਉਹਦਾ, ਜਿਹੜਾ ਅੱਜ ਤੱਕ ਨਿਰੰਤਰ ਚੱਲ ਰਿਹਾ ਆ। ਉਹਦੀ ਕਾਸਟ ਤਕਰੀਬਨ ਪਹਿਲੇ ਸਾਲ ਤੋਂ $3,50,000 ਤਕਰੀਬਨ 80 ਤੋਂ 90,000 ਜਿਹੜਾ ਸਪੈਸ਼ਲ ਫੁੱਲਾਂ ਨਾਲ ਤਿਆਰ ਹੁੰਦਾ। 5 ਲੱਖ ਤੋਂ ਵੱਧ ਜਿਹੜੇ ਉਹਦੇ ਦੋਨਾਂ ਪਾਸੇ ਸੜਕ ਤੇ ਬੈਠੇ ਹੋਏ ਲੋਕ ਉਸ ਦਿਨ ਉਹਨੂੰ ਦੇਖਦੇ ਹਨ। ਅੱਛਾ ਰਿਸ਼ਪਾਲ ਸਿੰਘ ਜੀ, ਚਲੋ ਆਪਾਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਤੇ ਕਰਾਂਗੇ। ਮੈਂ ਥੋੜਾ ਜਿਹਾ ਬਰੀਫ ਬਹੁਤ ਵਧੀਆ ਤਰੀਕੇ ਤੋਂ ਸਮਝਾਇਆ। ਜਿਹੜੇ ਤੁਸੀਂ ਸਿੱਖ ਫਲੋਟ ਦੀ ਗੱਲ ਕੀਤੀ ਹੈ, ਜਦੋਂ ਵੀ ਕੋਈ ਚੀਜ਼ ਆਪਾਂ ਕਰਦੇ ਹਾਂ ਉਹਦੀ ਆਊਟਪੁੱਟ ਵੱਲ ਜ਼ਰੂਰ ਧਿਆਨ ਦਿੰਦੇ ਹਾਂ। ਕੀ ਉਹਦਾ ਕੋਈ ਆਊਟਪੁੱਟ ਤੁਹਾਨੂੰ ਨਜ਼ਰ ਆਇਆ? ਤੁਸੀਂ ਐਡੀ ਵੱਡੀ ਪਰੇਡ ਦੇ ਵਿੱਚ ਸ਼ਮੂਲੀਅਤ ਕੀਤੀ, ਸਿੱਖਾਂ ਬਾਰੇ ਆਇਡੈਂਟੀਟੀ ਕ੍ਰਾਈਸਿਸ ਹਮੇਸ਼ਾ ਹੀ ਰਹੇ ਨੇ ਸਾਡੀ ਦਸਤਾਰ ਕਰਕੇ, ਉਹ ਤੁਸੀਂ ਸਹੀ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਦੱਸ ਪਾਏ? ਹੋ ਸਕਦਾ ਅਸੀਂ ਉਸ ਲੈਵਲ ਤੇ ਨਾ ਪਹੁੰਚ ਸਕਦੇ ਹੋਈਏ ਜਿਸ ਲੈਵਲ ਤੇ ਸਾਨੂੰ ਚਾਹੀਦਾ ਸੀ, ਪਰ ਇਹ ਸਾਡਾ ਇੱਕ ਪਹਿਲਾ ਪੁਆਇੰਟ ਸੀ ਜਿਹਨੂੰ ਅਸੀਂ ਬਹੁਤ ਵੱਡੀ ਸਫਲਤਾ ਮਿਲੀ ਸੀ। ਕਿਉਂਕਿ ਜਦੋਂ ਇਹ ਫਲੋਟ ਨਿਕਲਿਆ ਉਦੋਂ ਉਹ ਲੋਕ ਜਿਹੜੇ ਪੁਰਾਣੇ ਸੈਕੰਡ ਵਰਲਡ ਵਾਰ 'ਚ ਵੀ ਲੋਕ ਸੀਗੇ, ਜਦੋਂ ਉਹਨੇ ਸਾਡਾ ਨਿਸ਼ਾਨ ਸਾਹਿਬ ਦੇਖਿਆ ਤੇ ਉਹ ਆਪਣੇ ਆਪ ਹੀ ਸਾਡੇ ਕੋਲ ਆ ਕੇ ਜਿਹੜੇ ਉਹ ਇਹ ਥੈਂਕਸ ਕਰਦੇ ਸੀ ਵੀ ਅਸੀਂ ਭਾਈ ਇਹਨਾਂ ਲੋਕਾਂ ਨਾਲ ਸੈਕੰਡ ਵਰਲਡ ਵਾਰ ਲੜੀ ਸੀ, ਇਹ ਲੋਕ ਬਹੁਤ ਚੰਗੇ ਆ। ਅੱਛਾ ਰਿਸ਼ਪਾਲ ਸਿੰਘ ਜੀ, ਤੁਸੀਂ ਸਪੈਸੀਫਿਕਲੀ ਇਹ ਗੱਲਾਂ ਕਹੀਆਂ ਕਿ ਤੁਸੀਂ ਆਈ ਕੈਂਪ ਬਹੁਤ ਲਗਾਏ ਨੇ। ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹਨਾ, ਆਈ ਕੈਂਪ ਹੀ ਕਿਉਂ? ਅਸੀਂ ਵੀ ਜਾਣਦੇ ਹਾਂ ਕਿ ਅੱਖਾਂ ਗਈਆਂ ਜਹਾਨ ਗਿਆ, ਇਹ ਸਾਨੂੰ ਸਭ ਨੂੰ ਪਤਾ। ਸਿਰਫ ਆਈ ਕੈਂਪ ਹੀ ਕਿਉਂ? ਹੋਰ ਮੈਡੀਕਲ ਕੈਂਪ ਕਿਉਂ ਨਹੀਂ? ਤੁਸੀਂ ਤਵੱਜੋ ਤੁਹਾਡੀ ਜਿਹੜੀ ਹੈ ਜ਼ਿਆਦਾ ਇਹਨਾਂ ਕੈਂਪਾਂ ਤੇ ਕਿਉਂ ਰਹੀ ਹੈ? ਗੱਲ ਇਹ ਜੀ ਵੀ ਜਿਹੜਾ ਆਈ ਕੈਂਪ ਆ ਇਹਦਾ ਰਿਜ਼ਲਟ ਉਸ ਦਿਨ ਸ਼ਾਮ ਨੂੰ ਮਿਲ ਜਾਂਦਾ ਤੇ 1 ਮਹੀਨੇ ਦੇ ਵਿੱਚ ਇਹਦੀ ਕਿਉਰ ਹੁੰਦੀ ਆ, ਕਿਉਂਕਿ ਅਸੀਂ ਉਹਦਾ ਆਪਰੇਸ਼ਨ ਕਰਾ ਕੇ ਉਹਨੂੰ ਘਰ ਛੱਡਣ ਤੱਕ ਜਾਂਦੇ ਹਾਂ। 2 ਵਾਰੀ ਮਹੀਨੇ ਦੇ ਵਿੱਚ ਉਹਦਾ ਚੈੱਕਅਪ ਕਰਾਉਂਦੇ ਆ ਵੀ ਕੋਈ ਪ੍ਰੋਬਲਮ ਨਾ ਰਹਿ ਗਈ ਹੋਵੇ। ਕੋਈ ਲੰਬਾ ਪ੍ਰੋਸੈਸ ਨਹੀਂਗਾ, ਥੋੜੇ ਸਮੇਂ ਦੇ ਵਿੱਚ ਥੋੜੇ ਪੈਸਿਆਂ ਨਾਲ ਬਹੁਤ ਲੋਕਾਂ ਨੂੰ ਖੁਸ਼ੀ ਮਿਲ ਜਾਂਦੀ ਹੈ। ਤੇ ਕਿਉਂ ਕੋਈ ਬਾਕੀ ਕੰਮ ਜਿੱਦਾਂ ਕੈਂਸਰ ਦੇ ਕਰ ਰਹੇ ਬਹੁਤ ਵਧੀਆ ਕਰ ਰਹੇ ਆ, ਪਰ ਉਹਦਾ ਲੰਬਾ ਪ੍ਰੋਸੈਸ ਹੁੰਦਾ, ਕਰਾਉਣ ਵਾਲਾ ਵੀ ਅੱਕ ਜਾਂਦਾ ਤੇ ਕਰਨ ਵਾਲਾ ਵੀ ਅੱਕ ਜਾਂਦਾ। ਬਿਲਕੁਲ ਠੀਕ ਹੈ। ਅੱਛਾ ਰਿਸ਼ਪਾਲ ਸਿੰਘ ਜੀ, ਲੋਕ ਪਹੁੰਚ ਕਰਦੇ ਨੇ? ਕਿਉਂਕਿ ਮੈਂ ਬਹੁਤ ਨਾਮ ਸੁਣਿਆ ਤੁਹਾਡੀ ਸੇਵਾ ਸੰਸਥਾ ਦਾ, ਜਿੱਥੇ ਵੀ ਤੁਸੀਂ ਕੈਂਪ ਲਗਾਉਂਦੇ ਹੋ, ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਂਦੀ ਹੈ? ਲੋਕ ਕਿਵੇਂ ਤੁਹਾਡੇ ਤੱਕ ਪਹੁੰਚਦੇ ਨੇ? ਅਸੀਂ ਜੀ ਤਕਰੀਬਨ ਜਿਹੜੇ ਸਪਾਂਸਰ ਆ ਇਹ ਸਾਰੇ USA ਤੋਂ ਹੀ ਆ। ਬਾਕੀ ਅਸੀਂ ਹਰ ਪਿੰਡ ਦੇ ਵਿੱਚ 4 ਵਾਰੀ ਸਾਡੀ ਟੀਮ ਜਾਂਦੀ ਆ। ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸਣ ਲਈ 35 ਤਰੀਕ ਨੂੰ ਕੈਂਪ ਲੱਗਣਾ। 2 ਦਿਨ ਪਹਿਲਾਂ ਜਾ ਕੇ ਅਸੀਂ ਆਲਮੋਸਟ 10 ਤੋਂ 15 ਪਿੰਡਾਂ ਵਿੱਚ ਐਡਵਰਟਾਈਜ਼ ਕਰਦੇ ਹਾਂ। ਸਵੇਰੇ ਸਾਡੀ ਟੀਮ, ਡਾਕਟਰਸ ਦੀ ਟੀਮ ਤੇ ਜਿਹੜੇ ਲੋਕਲ ਉਹਨਾਂ ਦੇ ਪਤਵੰਤੇ ਸੱਜਣ ਉਹ ਆ ਕੇ ਬਹਿ ਜਾਂਦੇ ਆ। ਹਰ ਕੈਂਪ 'ਚ ਐਵਰੇਜ ਸਾਡਾ ਪੰਜਾਬ ਦੇ ਵਿੱਚ 5 ਤੋਂ 700 ਬੰਦਾ ਜਿਹੜਾ ਉਹ ਹਾਜ਼ਰੀ ਭਰਦਾ। ਦਵਾਈ ਹਰ ਕਿਸੇ ਨੂੰ ਦਿੱਤੀ ਜਾਂਦੀ ਹੈ, ਕੋਈ ਵੀ ਆਵੇ। ਐਨਕਾਂ ਵਾਲਿਆਂ ਨੂੰ ਐਨਕਾਂ ਦਿੱਤੀਆਂ ਜਾਂਦੀਆਂ, ਜਾਂ ਦੂਰ ਦੀਆਂ ਜਾਂ ਨੇੜੇ ਦੀਆਂ, ਕੋਈ ਅਸੀਂ ਮਿਕਸ ਨਹੀਂ ਦੇ ਸਕਦੇ ਉੱਤੇ। ਤੇ ਜਿਹੜੀ ਆਪਰੇਸ਼ਨ ਆ ਉਹ ਅਸੀਂ ਹਸਪੀਟਲ ਜਾ ਕੇ ਜਿਹੜਾ ਵੀ ਲਾਗੇ ਹੋਵੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਉੱਥੇ ਕਰਕੇ ਤੇ ਵਾਪਸ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਛੱਡਣ ਜਾਂਦੇ ਹਾਂ। ਚਲੋ ਮੈਂ ਇੱਕ ਇੱਕ ਕਰਕੇ ਸਾਰਿਆਂ ਕੋਲ ਲੈਣਾ। ਬਲੌਰ ਸਿੰਘ ਜੀ ਤੋਂ ਵੀ ਕਰੈਕਸ਼ਨ ਲੈ। ਬਲੌਰ ਸਿੰਘ ਜੀ, ਅਸੀਂ ਪੰਜਾਬ ਦੇ, ਵੈਸੇ ਤਾਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਰਹਿੰਦਾ ਸਿੱਖਾਂ ਦੇ ਲਈ ਸਭ ਤੋਂ ਵੱਡੀ, ਜਦੋਂ ਮੈਂ ਕਹਿੰਦਾ ਕਿ ਅਸੀਂ ਜਦੋਂ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਹਾਂ, ਨਾਲ ਹੀ ਅਸੀਂ ਇੱਕ ਹੋਰ ਅਰਦਾਸ ਕਰਦੇ ਹੁੰਦੇ ਹਾਂ, ਉਹਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਬਖਸ਼ੇ ਜਾਣ ਜੋ ਸਿੱਖ ਪੰਥ ਤੋਂ ਵਿਛੋੜੇ ਗਏ ਨੇ। ਉਹ ਅਰਦਾਸ ਕਬੂਲ ਵੀ ਹੋਈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਕੋਰੀਡੋਰ ਖੁੱਲਿਆ। ਸ਼ਾਇਦ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀਗਾ। ਅਰਦਾਸਾਂ ਨੂੰ ਬੂਰ ਪਿਆ। ਉਹਦੇ ਵਿੱਚ ਤੁਹਾਡੀ ਇਸ ਸੰਸਥਾ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਸ ਪੂਰੇ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ, ਕਿਉਂਕਿ ਇਹ ਤਾਂ 2 ਮੁਲਕਾਂ ਦਾ ਆਪਸ ਦਾ ਕੰਮ ਸੀਗਾ, ਭਾਰਤ ਦੇ ਜਾਂ ਪਾਕਿਸਤਾਨ ਦਾ, US ਤੋਂ ਦਬਾਅ ਪੈਣਾ, UN ਤੋਂ ਦਬਾਅ ਪੈਣਾ, ਉਹਦਾ ਕੋਈ ਫਰਕ ਪਿਆ ਜਾਂ ਕੋਈ ਅਸਰ ਹੋਇਆ ਜਿਸ ਕਰਕੇ ਇਹ ਸਭ ਕੁਝ ਹੋ ਪਾਇਆ? ਹਰਪ੍ਰੀਤ ਜੀ, ਮੇਰਾ ਜਿਹੜਾ ਇਹਦੇ 'ਚ ਰੋਲ ਹੈਗਾ, ਮੈਨੂੰ ਜਦੋਂ ਸਰਦਾਰ ਰਸਪਾਲ ਸਿੰਘ ਢੀਂਡਸਾ ਜੀ ਦਾ ਜਦੋਂ ਫੋਨ ਆਇਆ ਅਮਰੀਕਾ ਤੋਂ ਇਹ ਸੋਲਰ ਪ੍ਰੋਜੈਕਟ ਬਾਰੇ, ਬੇਸਿਕਲੀ ਮੈਂ ਇਸ ਪ੍ਰੋਜੈਕਟ ਨਾਲ ਜੁੜਿਆ ਹਾਂ ਤੇ ਆਈ ਰਿਟਾਇਰਡ ਫਰੋਮ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਇਨ 2019। ਤੇ ਸਭ ਤੋਂ ਪਹਿਲਾਂ ਤਾਂ ਮੈਂ ਯੂਨਾਈਟਿਡ ਸਿੱਖ ਮਿਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਤੇ ਪ੍ਰੈਜ਼ੀਡੈਂਟ ਢੀਂਡਸਾ ਸਾਹਿਬ ਨੂੰ ਵਧਾਈ ਦਿੰਦਾ ਕਿ ਗੁਰੂ ਸਾਹਿਬ ਨੇ ਜਿਹੜੀ ਇਹ ਸੇਵਾ ਲਈ ਹੈ, ਇਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ। ਇਹ ਬਹੁਤ ਵੱਡੀ ਗੱਲ ਹੈਗੀ ਹੈ, ਇਹ ਬੜੇ ਭਾਗ ਨੇ ਇਹਨਾਂ ਦੇ।
ਤੇ ਜਦੋਂ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਇਹ ਸਾਨੂੰ ਸੋਲਰ ਪ੍ਰੋਜੈਕਟ ਦੀ ਸੇਵਾ ਮਿਲੀ ਹੈ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਡਿਊਰਿੰਗ ਸਰਵਿਸ ਵੀ ਬੜੇ ਪ੍ਰੋਜੈਕਟ ਕੀਤੇ ਨੇ ਰੀਨਿਊਏਬਲ એનર્ਜੀ ਦੇ। ਤੁਹਾਨੂੰ ਪਤਾ ਹੈ ਹਰਪ੍ਰੀਤ ਜੀ, ਪੰਜਾਬ ਦੇ ਵਿੱਚ ਰੀਨਿਊਏਬਲ એનર્ਜੀ ਦਾ ਕਾਫੀ ਕੰਮ ਹੋਇਆ ਹੈਗਾ। ਤਕਰੀਬਨ ਅਸੀਂ 1000 ਮੈਗਾਵਾਟ ਸੋਲਰ ਪ੍ਰੋਜੈਕਟ ਲੱਗ ਚੁੱਕੇ ਨੇਗੇ। ਇਸ ਤੋਂ ਇਲਾਵਾ ਹਾਈਡਰੋ, ਬਾਇਓਮਾਸ। ਤੇ ਲੇਕਿਨ ਇਹ ਪ੍ਰੋਜੈਕਟ ਦਾ ਜਦੋਂ ਮੈਨੂੰ ਪਤਾ ਲੱਗਿਆ, ਮੈਨੂੰ ਅਲੱਗ ਹੀ ਖੁਸ਼ੀ ਹੋਈ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਪ੍ਰੋਜੈਕਟ ਰਹਿ ਗਿਆ, ਵੀ ਇਹ ਵੀ ਕਰਨਾ ਹੈਗਾ। ਬਿਲਕੁਲ ਠੀਕ। ਤੇ ਮੈਂ ਵੀ ਆਪਣੇ ਆਪ ਨੂੰ ਬੜਭਾਗਾ ਸਮਝਦਾ ਵੀ ਮੈਨੂੰ ਇਸ ਟੀਮ ਦੇ ਨਾਲ, ਯੂਨਾਈਟਿਡ ਸਿੱਖ ਮਿਸ਼ਨ ਦੇ ਨਾਲ ਜਿਹੜਾ ਹੈਗਾ ਕੰਮ ਕਰਨ ਦਾ ਮੌਕਾ ਮਿਲਿਆ। ਤੇ ਉਹ ਇਹ ਪ੍ਰੋਜੈਕਟ ਕਿੰਨਾ ਕੁ ਵੱਡਾ ਹੈਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਆਮ ਪ੍ਰੋਜੈਕਟਾਂ ਨਾਲੋਂ ਕਿਵੇਂ ਵੱਖਰਾ ਹੈ? ਹਾਂਜੀ, ਇਹ ਪ੍ਰੋਜੈਕਟ ਜਿਸ ਤਰ੍ਹਾਂ ਤੁਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਸੋਲਰ ਪ੍ਰੋਜੈਕਟ ਨੇ, ਰੂਫਟਾਪ ਅੱਜ ਕੱਲ੍ਹ ਕਾਫੀ ਪਪੂਲਰ ਹੋ ਚੁੱਕਿਆ ਹੈਗਾ ਜੀ। ਅਸੀਂ ਜਦੋਂ ਇਹ ਪ੍ਰੋਜੈਕਟ ਬਾਰੇ ਗੱਲਬਾਤ ਹੋਈ, ਦਰਬਾਰ ਸਾਹਿਬ ਜਾ ਕੇ ਸਾਰਾ ਸਰਵੇ ਕੀਤਾ। ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਉੱਥੇ ਕਿਉਂਕਿ ਸੰਗਤ ਦੇ ਰਹਿਣ ਦਾ ਕਾਫੀ ਜ਼ਿਆਦਾ ਪ੍ਰਬੰਧ ਹੈ। ਲੰਗਰ ਸਾਹਿਬ ਦੀ ਸੇਵਾ ਚੱਲਦੀ ਰਹਿੰਦੀ ਹੈ 24 ਘੰਟੇ। ਮੰਜੀ ਸਾਹਿਬ ਦਾ ਹੈ, ਹੋਰ ਕਾਫੀ ਜ਼ਿਆਦਾ ਉੱਥੇ ਇਲੈਕਟ੍ਰਿਸਿਟੀ ਦੀ ਜਿਹੜੀ ਐਨੂਅਲ ਕੰਜ਼ੰਪਸ਼ਨ ਹੈਗੀ ਹੈ ਉਹ ਤਕਰੀਬਨ 50 ਲੱਖ ਤੋਂ ਉੱਪਰ ਹੈ। ਜੇ ਅਸੀਂ ਸਾਰਾ ਇਹਨੂੰ, ਜਿਵੇਂ ਯੂਨਾਈਟਿਡ ਸਿੱਖ ਮਿਸ਼ਨ ਦਾ ਇੱਛਾ ਹੈਗੀ ਆ ਵੀ ਵੱਧ ਤੋਂ ਵੱਧ ਸੋਲਰ ਲਾਇਆ ਜਾਵੇ, ਲੇਕਿਨ ਉਹ ਸਾਰਾ ਅਸੀਂ ਸੋਲਰ ਤੇ ਕਰਨਾ ਚਾਹੀਏ, ਸਾਰਾ ਨਹੀਂ ਜਾਂ 80% ਵੀ ਕਰਨਾ ਚਾਹੀਏ। ਤਕਰੀਬਨ ਸਾਨੂੰ 4 ਮੈਗਾਵਾਟ ਦੀ ਕਪੈਸਿਟੀ ਚਾਹੀਦੀ ਹੈ। ਹਰਪ੍ਰੀਤ ਜੀ, ਉੱਥੇ ਤੁਹਾਨੂੰ ਪਤਾ ਵੀ ਇੰਨੀ ਜਗ੍ਹਾ ਤਾਂ ਨਹੀਂ ਹੈ। ਅਸੀਂ ਛੱਤਾਂ ਜਿਹੜੀਆਂ ਅਵੇਲੇਬਲ ਸੀ, ਰੂਫਟਾਪ ਜਿਹੜੀ ਹੈਗੀ, ਉਹ ਸਾਰਾ ਸਰਵੇ ਕੀਤਾ। ਉਹਦੇ ਤੇ ਤਕਰੀਬਨ ਅਸੀਂ 1 ਮੈਗਾਵਾਟ ਦੇ ਕਰੀਬ ਜਿਹੜਾ ਹੈਗਾ ਸੋਲਰ ਪ੍ਰੋਜੈਕਟ ਲੱਗ ਸਕਦੇ ਹਾਂ ਅਲੱਗ-ਅਲੱਗ ਛੱਤਾਂ ਤੇ। ਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ, ਬਾਬਾ ਬੀੜ ਬਾਬਾ ਬੁੱਢਾ ਸਾਹਿਬ, ਉਹ ਵੀ ਅਸੀਂ ਸਰਵੇ ਕੀਤਾ ਹੈਗਾ। ਟੋਟਲ ਮਿਲਾ ਕੇ 1.5 ਮੈਗਾਵਾਟ ਕਪੈਸਿਟੀ ਦਾ ਪ੍ਰੋਜੈਕਟ ਦੇ ਅਸੀਂ ਪ੍ਰਪੋਜ਼ਲ ਬਣਾਈ ਹੈ ਟੂ ਬਿਗਿਨ ਵਿਦ। ਲੇਕਿਨ ਪ੍ਰਪੋਜ਼ਲ ਹੈਗੀ ਹੈ ਇਸ ਤੋਂ ਜ਼ਿਆਦਾ ਲਗਾਉਣ ਦੀ। ਛੱਤਾਂ ਤੇ ਅਜੇ ਇਹੀ ਲੱਗ ਸਕਦਾ ਹੈਗਾ 1.5 ਮੈਗਾਵਾਟ ਦਾ। ਇੱਕ ਗੱਲ ਬਲੌਰ ਸਿੰਘ ਜੀ ਹੋਰ ਦੱਸੋ, ਆਪਾਂ ਨੂੰ ਜ਼ਰੂਰਤ ਕਿਉਂ ਹੈ? ਆਪਾਂ ਸੋਲਰ એનર્ਜੀ ਨੂੰ ਯੂਜ਼ ਕਿਉਂ ਕਰਨਾ ਚਾਹੁੰਦੇ ਹਾਂ? ਕਿਉਂਕਿ ਮੈਂ ਲਗਾਤਾਰ ਇਸ ਮੁੱਦੇ ਤੇ ਡਿਬੇਟਸ ਵੀ ਕਰਦਾ ਆਇਆ। ਇੱਕ ਸਰਵੇ ਰਿਪੋਰਟ ਇਹ ਕਹਿੰਦੀ ਸੀਗੀ ਕਿ ਦਰਬਾਰ ਸਾਹਿਬ ਦੇ ਨੇੜੇ ਤੇੜੇ ਦਾ ਚੁਗਰਦਾ ਜਿਹੜਾ ਉਹ ਖਰਾਬ ਹੋ ਰਿਹਾ, ਉਹਦੇ ਕਰਕੇ ਉਹ ਕਿਚਨ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਹੋਟਲ ਉੱਥੋਂ ਹਟਾਏ ਗਏ ਕਾਫੀ ਹੱਦ ਤੱਕ। ਸੋਲਰ એનર્ਜੀ ਨੂੰ ਇਹ ਕਿਹਾ ਗਿਆ ਸੀਗਾ ਕਿ ਇੱਕ ਵਰਦਾਨ ਸਾਬਤ ਹੋ ਸਕਦਾ ਹੈ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਇੱਕ ਨਵੀਂ ਦਿੱਖ ਪੈਦਾ ਕਰਨ ਦੇ ਲਈ। ਇਹ ਠੀਕ ਗੱਲ ਹੈ? ਹਰਪ੍ਰੀਤ ਜੀ, ਦੇਖੋ ਆਲ ਓਵਰ ਵਰਲਡ ਅੱਜ ਕੱਲ੍ਹ ਜਿਹੜਾ ਹੈਗਾ এনवायरमेंट ਦੀ ਗੱਲ ਚੱਲ ਰਹੀ ਹੈਗੀ ਹੈ, ਕਲਾਈਮੇਟ ਚੇਂਜ ਦੀ ਗੱਲ ਚੱਲ ਰਹੀ ਹੈ ਵੀ ਕਿਸ ਤਰ੍ਹਾਂ ਅਸੀਂ ਗ੍ਰੀਨ ਹਾਊਸ ਨੂੰ ਅਸੀਂ ਮਤਲਬ ਕਿ ਅਵੋਇਡ ਕਰ ਸਕਦੇ ਹੈਗੇ। ਇਹਦੇ ਲਈ ਇੱਕੋ ਇੱਕ ਤਰੀਕਾ ਹੈਗਾ ਵੀ ਰੀਨਿਊਏਬਲ એનર્ਜੀ ਦਾ ਜਿਹੜਾ ਯੂਜ਼ ਕੀਤਾ ਜਾਵੇ, ਜਿਹਦੇ 'ਚ ਸੋਲਰ એનર્ਜੀ ਮੇਨ ਹੈ। ਤੇ ਇਸ ਤੋਂ ਇਲਾਵਾ ਇਹ ਤਾਂ ਅੱਜ ਦੀ ਗੱਲ ਹੈਗੀ ਹੈ, ਪ੍ਰੈਜ਼ੈਂਟ ਦੀ ਗੱਲ ਹੈ। ਸਾਨੂੰ ਗੁਰੂ ਸਾਹਿਬ ਨੇ ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਆਪਣੇ ਓਪਨਿੰਗ ਰਿਮਾਰਕਸ ਦੇ ਵਿੱਚ ਬੋਲਿਆ ਹੈਗਾ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਸਾਨੂੰ ਕਿਹਾ ਵੀ এনवायरमेंट ਨੂੰ ਕਿਸ ਤਰ੍ਹਾਂ ਅਸੀਂ ਸੇਵ ਕਰਨਾ ਹੈ, ਪਾਣੀ ਨੂੰ ਕਿੱਦਾਂ ਸੇਵ ਕਰਨਾ ਹੈ ਪੋਲਿਊਟ ਹੋਣ ਤੋਂ, ਹਵਾ ਨੂੰ ਕਿੱਦਾਂ ਕਰਨਾ ਹੈਗਾ। ਇਹ ਸੋਲਰ એનર્ਜੀ ਦਾ ਜਿਹੜਾ ਪ੍ਰੋਜੈਕਟ, ਇੱਥੇ ਕਾਫੀ ਪ੍ਰੋਜੈਕਟ ਪਹਿਲਾਂ ਲੱਗ ਚੁੱਕੇ ਨੇ, ਲੇਕਿਨ ਇੱਥੇ ਜਿਹੜਾ ਪ੍ਰੋਜੈਕਟ ਲੱਗਣਾ ਹੈ ਇਹਦਾ ਇੱਕ ਸੈਪਰੇਟ ਹੀ ਮੈਸੇਜ ਸੰਗਤ ਨੂੰ ਜਾਏਗਾ। ਇਸ ਨੂੰ ਦੇਖ ਕੇ ਅਸੀਂ ਹੋਰ ਜਿਹੜੇ ਇੰਸਟੀਟਿਊਸ਼ਨ ਨੇ, ਹੋਰ ਸੰਗਤਾਂ ਜਿਹੜੇ ਮਤਲਬ ਕਿ ਬਾਡੀਜ਼ ਨੇਗੀਆਂ, ਇਹਦੇ ਤੋਂ ਸੇਧ ਲੈਣਗੀਆਂ, ਇਹਨੂੰ ਯੂਜ਼ ਕਰਨਗੀਆਂ। ਤੇ ਦੂਸਰੀ ਗੱਲ ਇਹ ਹੈਗੀ ਆ ਵੀ ਇੱਕ ਤਾਂ ਇਹ ਕਲੀਨ ਫਿਊਲ ਹੈ ਜੀ। ਅਸੀਂ ਮਤਲਬ ਕਿ ਜਿਹੜਾ ਸਾਡੇ ਜਿਹੜਾ ਕਾਰਬਨ ਡਾਈਆਕਸਾਈਡ ਜਾਂ ਹੋਰ ਗੈਸਸ ਅਮਿਟ ਹੁੰਦੀਆਂ ਨੇਗੀਆਂ ਉਹਨੂੰ ਅਵੋਇਡ ਕਰਾਂਗੇ। ਦੂਸਰੀ ਗੱਲ ਜਿਹੜੀ ਹੈਗੀ ਹੈ, ਇਹ ਫਿਊਲ ਜਿਹੜਾ ਹੈਗਾ ਹਰਪ੍ਰੀਤ ਜੀ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਟੈਕਨੋਲੋਜੀ ਬੜੀ ਐਡਵਾਂਸ ਹੋ ਚੁੱਕੀ ਹੈਗੀ ਹੈ, ਪ੍ਰੂਵਨ ਟੈਕਨੋਲੋਜੀ ਹੈ, ਇਹਦੀ ਜਿਹੜੀ ਕਾਸਟ ਜਿਹੜੀ ਹੈਗੀ ਹੈ ਗ੍ਰਿਡ ਪਾਵਰ ਨਾਲੋਂ ਸਾਨੂੰ ਸਸਤੀ ਪੈਂਦੀ ਹੈ। ਅਸੀਂ ਜਿੱਥੇ ਸਾਡਾ ਆਪਣਾ ਰੈਵਨਿਊ ਵੀ ਸੇਵ ਕਰਾਂਗੇ, ਉੱਥੇ ਅਸੀਂ এনवायरमेंट ਨੂੰ ਵੀ। ਬਿਲਕੁਲ ਠੀਕ ਹੈ। ਐਨਪੀ ਸਿੰਘ ਜੀ, ਵੈਸੇ ਤਾਂ ਕਲਾਈਮੇਟ ਦੇ ਤੌਰ ਤੇ ਮੈਂ ਆਪਣੇ ਓਪਨਿੰਗ ਰਿਮਾਰਕਸ ਦੇ ਵਿੱਚ ਕਿਹਾ ਕਿ ਪੰਜਾਬੀ ਬੜੇ ਘੱਟ ਸੁਹਿਰਦਤਾ ਦੇ ਨਾਲ ਸੋਚਦੇ ਨੇ ਆਪਣੇ ਕਲਾਈਮੇਟ ਬਾਰੇ, ਵਾਤਾਵਰਨ ਬਾਰੇ। ਯੂਨਾਈਟਿਡ ਸਿੱਖ ਮਿਸ਼ਨ ਸੰਸਥਾ ਜਿਹੜੀ ਹੈਗੀ ਹੈ ਬੜੇ ਸੁਹਿਰਦਤਾ ਦੇ ਨਾਲ ਇਸ ਮੁੱਦੇ ਤੇ ਲੱਗੀ ਹੋਈ ਹੈ, ਖਾਸ ਤੌਰ ਤੇ ਕਲਾਈਮੇਟ ਦੇ ਮੁੱਦੇ ਦੇ ਉੱਤੇ। ਤੁਹਾਨੂੰ ਲੱਗਦਾ ਹੈ ਕਿ ਇਹ ਸਮੇਂ ਦੀ ਜ਼ਰੂਰਤ ਹੈਗੀ ਹੈ ਇਹਨਾਂ ਚੀਜ਼ਾਂ ਦੀ? ਹਰਪ੍ਰੀਤ ਜੀ, ਬਿਲਕੁਲ ਸਮੇਂ ਦੀ ਜ਼ਰੂਰਤ ਹੈ। ਜਿਵੇਂ ਤੁਸੀਂ ਹੁਣੇ ਰੈਫਰ ਕੀਤਾ ਵੀ ਦਰਬਾਰ ਸਾਹਿਬ ਦੇ ਦੁਆਲੇ ਜੋ ਕਿਚਨ ਚੱਲਦੀ ਹੈ ਉਹਦੇ ਨਾਲ ਵੀ ਸਫਾਈ ਦੀ ਵਿੱਚ ਡਿਟੀਰੀਓਰੇਸ਼ਨ ਆ ਰਹੀ ਆ, ਜਾਂ ਇਹ એનર્ਜੀ ਜਿਹੜੀ ਆਪਾਂ ਰੈਗੂਲਰ એનર્ਜੀ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਵੀ ਆਪਾਂ ਨੂੰ ਕਨਵੈਨਸ਼ਨਲ એનર્ਜੀ ਤੇ ਜਾਣਾ ਚਾਹੀਦਾ ਹੈ। ਸੋ ਇਸੇ ਦੇ ਸੰਬੰਧ 'ਚ ਇਹ ਪ੍ਰੋਜੈਕਟ ਜਿਹੜਾ ਇੱਥੋਂ ਹੀ ਸ਼ੁਰੂਆਤ ਹੋਈ ਸੀ ਇਹਦੀ, ਕਿਉਂਕਿ ਜਦੋਂ SGPC ਦੇ ਵਿੱਚ ਇਹ ਪ੍ਰਪੋਜ਼ਲ ਆਈ ਵੀ ਇਸ ਵਾਰੀ, ਕਿਉਂਕਿ ਬੇਸਿਕਲੀ ਇਹ ਜੋ ਕਿਸਾਨ ਮੋਰਚੇ ਦੀ ਦੇਣ ਹੈ ਵੀ ਉੱਥੇ ਸਟੀਮ ਕਿਚਨ ਦੇਖੀ ਗਈ, ਆਮ ਲੋਕਾਂ ਨੇ, ਤੁਸੀਂ ਵੀ ਦੇਖੀ ਹੋਏਗੀ ਸਟੀਮ ਕਿਚਨ ਦਿਖਾਈ ਗਈ, ਫਿਰ ਬੜੀ ਚਰਚਾ ਹੋਈ, ਉਹਦੀ ਚਰਚਾ ਵੀ ਹੋਈ। ਉਸੇ ਨੂੰ ਜਾਂ ਤੇ ਉਤੋਂ ਗਾਈਡਲਾਈਨ ਦੇ ਤੌਰ ਤੇ ਲੈ ਕੇ ਮੇਰੀ ਵੀ SGPC ਦੇ ਜਿਹੜੇ ਸੀਗੇ ਪ੍ਰਧਾਨ ਜੀ, ਉਹਨਾਂ ਨਾਲ ਗੱਲ ਹੋਈ ਵੀ ਆਪਾਂ ਕਿਉਂ ਨਹੀਂ ਇੱਥੇ ਸਟੀਮ ਕਿਚਨ ਲਗਾਉਂਦੇ, ਆਪਾਂ ਇੱਥੇ ਸੋਲਰ એનર્ਜੀ ਦਾ ਪ੍ਰੋਜੈਕਟ ਕਿਉਂ ਨਹੀਂ ਲਗਾਉਂਦੇ। ਤੇ ਇਮੀਡੀਏਟਲੀ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਆਪਾਂ ਨੂੰ ਲਾਉਣਾ ਚਾਹੀਦਾ ਹੈ।
ਤੇ ਉਸ ਵੇਲੇ ਕਿਉਂਕਿ ਮੇਰੀ ਸਪੈਸ਼ਲਾਈਜੇਸ਼ਨ ਸੋਲਰ ਦੀ ਜਿਹੜੀ ਕਮਰਸ਼ੀਅਲ ਐਕਸਪਲਾਈਟੇਸ਼ਨ ਹੈ ਉਹਦੀ ਨਹੀਂ ਸੀ, ਪਰ ਮੈਂ ਇਹਦਾ ਕੰਮ ਕਰਵਾਇਆ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਐਜ਼ ਏ ਡੀਨ ਪਲੈਨਿੰਗ। ਤੇ ਅਸੀਂ ਉੱਥੇ 300 ਕਿਲੋਵਾਟ ਦਾ ਯੂਨਿਟ ਲੇਟੈਸਟ ਹੀ ਲਵਾਇਆ ਸੀ। ਤੇ ਉਹਨਾਂ ਨੇ ਮੈਨੂੰ ਆਖਿਆ ਤੁਸੀਂ ਕਿਉਂ ਨਹੀਂ ਇਹਦਾ ਪ੍ਰੋਜੈਕਟ ਬਣਾਉਂਦੇ। ਤੇ ਉਹਨਾਂ ਦਾ ਫਿਰ ਅਸੀਂ ਇਹਦਾ ਜਦੋਂ ਅਸੈਸਮੈਂਟ ਕੀਤੀ ਜੀ, ਤੇ ਜਿੰਨੇ ਸਾਡੇ ਯੂਨਿਟ ਬਲੌਰ ਸਿੰਘ ਜੀ ਨੇ ਵੀ ਦੱਸਿਆ ਤਕਰੀਬਨ 50 ਤੋਂ 60 ਲੱਖ ਯੂਨਿਟ ਇੱਥੇ ਕੰਜ਼ੰਪਸ਼ਨ ਹੈ ਐਨੂਅਲੀ ਜੀ। ਸੋ ਉਹਦੀ ਫਿਰ ਜਦੋਂ ਕਨਵਰਸ਼ਨ ਕਰਕੇ ਅਸੀਂ ਕੰਪਨੀਜ਼ ਨੂੰ ਵੀ ਕੰਟੈਕਟ ਕੀਤਾ ਤੇ ਉਹ ਤਕਰੀਬਨ 4 ਮੈਗਾਵਾਟ ਸਾਡੀ ਰਿਕੁਆਇਰਮੈਂਟ ਸੀ। ਫਿਰ ਸਾਡੇ ਇਮੀਡੀਏਟਲੀ ਕਿਉਂਕਿ ਅਸੀਂ ਜਿਹੜੀਆਂ ਨੈਸ਼ਨਲ ਔਰ ਸਟੇਟ ਰੈਗੂਲੇਸ਼ਨਸ ਦੇ ਨਾਲ ਪੂਰਾ ਵਾਫਤਾ ਨਹੀਂ ਸੀਗੇ ਜੀ। ਤੇ ਅਸੀਂ ਉਹਦਾ ਜਦੋਂ ਪਤਾ ਕੀਤਾ ਤੇ ਸਾਨੂੰ ਇਹ ਪਤਾ ਲੱਗਾ ਵੀ ਸਾਡਾ ਸੀਗਾ ਵੀ ਅਸੀਂ ਬਾਹਰ ਸਤਲਾਣੀ ਸਾਹਿਬ ਗੁਰਦੁਆਰੇ ਜਗ੍ਹਾ ਆਇਡੈਂਟੀਫਾਈ ਕੀਤੀ ਹੋਈ ਸੀ ਵੀ ਉੱਥੇ 4 ਮੈਗਾਵਾਟ ਦਾ ਯੂਨਿਟ ਲਗਾ ਕੇ એનર્ਜੀ ਨੂੰ ਅਸੀਂ ਟ੍ਰਾਂਸਮਿਟ ਕਰਕੇ ਤੇ ਇੱਥੇ ਇਹਦਾ ਲੈ ਲਾਂਗੇ। ਪਰ ਉਹ ਅਲਟੀਮੇਟਲੀ ਫਿਰ ਮੈਂ ਇਸੇ ਸੰਬੰਧ ਕਿਉਂਕਿ ਬਲੌਰ ਸਿੰਘ ਜੀ ਇਸ ਫੀਲਡ ਦੇ ਐਕਸਪਰਟ ਸੀ ਤੇ ਇਹਨਾਂ ਨੇ ਸਾਡੇ ਵੀ ਹੈਲਪ ਕੀਤੀ ਸੀ ਯੂਨੀਵਰਸਿਟੀ ਦੇ ਪ੍ਰੋਜੈਕਟ। ਮੈਂ ਇਹਨਾਂ ਨੂੰ ਕੰਟੈਕਟ ਕੀਤਾ ਔਰ ਇਹਨਾਂ ਨੇ ਫਿਰ ਸਾਨੂੰ ਗਾਈਡ ਕੀਤਾ ਵੀ ਤੁਸੀਂ PSPL ਨਾਲ ਵੀ ਕੰਟੈਕਟ ਕਰੋ। ਉਹਨਾਂ ਨੇ ਸਾਨੂੰ ਦੱਸਿਆ ਵੀ ਟਰਾਂਸਮਿਸ਼ਨ ਕਾਸਟ ਜਿਹੜੀ ਆ ਅੱਜ ਕੱਲ੍ਹ ਇੱਕ ਤੇ ਟਰਾਂਸਮਿਸ਼ਨ ਕਾਸਟ ਚਾਰजेस ਬਹੁਤ ਜ਼ਿਆਦਾ ਹੋ ਗਏ ਔਰ ਦੂਸਰੇ ਜਿਹੜੇ ਹੈ ਇਹਦੀ ਕਪੈਸਿਟੀ ਮੈਕਸਿਮਮ ਜਿਹੜੀ ਇਸ ਤਰ੍ਹਾਂ ਦਾ ਤੁਸੀਂ ਪ੍ਰੋਜੈਕਟ ਲਗਾਓਗੇ 1 ਮੈਗਾਵਾਟ ਹੀ ਲਗਾ ਸਕਦੇ ਆ। ਸੋ ਉਹ ਸਾਡੀਆਂ 2 ਕੰਸਟ੍ਰੇਂਟ ਹੋਣ ਕਰਕੇ ਫਿਰ ਅਸੀਂ ਇਮੀਡੀਏਟਲੀ ਇਹਨਾਂ ਚੀਜ਼ਾਂ ਨੂੰ ਟੈਕਲ ਕਰਨ ਲਈ ਅਸੀਂ ਰੂਫਟਾਪ ਤੇ ਗਏ ਤੇ ਰੂਫਟਾਪ ਨੂੰ ਅਸੀਂ ਕੈਲਕੂਲੇਟ ਕੀਤਾ। ਤਕਰੀਬਨ 6-7 ਕੰਪਨੀਆਂ ਤੋਂ ਇਮੀਡੀਏਟਲੀ ਅਸੀਂ ਵਿਜ਼ਿਟ ਕਰਾਇਆ ਤਾਂ ਕਿ ਡਿਫਰੈਂਟ ਕਿੰਨੀ ਕਪੈਸਿਟੀ ਆ ਸਕਦੀ, ਕੀ ਕਾਸਟ ਆ ਸਕਦੀ ਹੈ। ਸੋ ਉਹ ਸਾਰਾ ਕੈਲਕੂਲੇਟ ਕਰਨ ਤੋਂ ਬਾਅਦ ਕਿਉਂਕਿ ਯੂਨਾਈਟਿਡ ਸਿੱਖ ਵੱਲੋਂ ਇਹ ਸਾਨੂੰ ਆਫਰ ਸੀ ਵੀ ਅਸੀਂ ਪੂਰਾ ਹੀ ਕਰਨਾ ਚਾਹੁੰਦੇ ਹਾਂ। ਬਿਲਕੁਲ ਠੀਕ ਹੈ। ਤਾਂ ਸਾਡੀ ਇਹੀ ਸੀ ਵੀ ਮੈਕਸਿਮਮ ਕਿੰਨਾ ਕਰ ਸਕੀਏ। ਸੋ ਅਸੀਂ ਜਦੋਂ ਕੈਲਕੂਲੇਟ ਕੀਤਾ ਸਾਡਾ ਹੁਣ ਜੋ ਗੋਲਡਨ ਟੈਂਪਲ ਦਾ ਪ੍ਰੋਜੈਕਟ ਹੈ ਉਹ ਤਕਰੀਬਨ 1 ਮੈਗਾਵਾਟ ਤੱਕ ਦਾ ਸਾਡਾ ਕਪੈਸਿਟੀ ਜਨਰੇਟ ਕਰਨ ਦਾ ਹੈ। ਬਾਕੀ ਫਿਰ ਕਿਉਂਕਿ ਇਹ ਬੜੇ ਡੈਡੀਕੇਟਡ ਸੰਸਥਾ ਹੈ, ਇਹ ਕਹਿੰਦੇ ਵੀ ਅਸੀਂ ਹੁਣ ਕਿਉਂਕਿ 4 ਮੈਗਾਵਾਟ ਦੀ ਤਿਆਰੀ ਕਰਕੇ ਆਏ ਹਾਂ ਤੇ ਕਿਉਂ ਨਾ ਅਸੀਂ ਬਾਕੀ ਦੇ ਚੌਗਿਰਦੇ ਦੇ ਵਿੱਚ ਵੀ ਜਿੱਥੇ ਕੋਈ ਛੋਟੀਆਂ ਯੂਨਿਟ ਉੱਥੇ ਕਰੀਏ। ਸੋ ਇਹ ਹਾਲੇ ਵੀ ਇਹਨਾਂ ਨੂੰ ਵੀ ਆਰ ਵੈਰੀ ਹੋਪਫੁਲ ਵੀ ਅਸੀਂ ਪੂਰੀ ਕਪੈਸਿਟੀ। ਐਨਪੀ ਸਿੰਘ ਜੀ, ਅਕਸਰ ਸ਼ੁਰੂਆਤ ਤਾਂ ਹੋ ਜਾਂਦੀ ਹੁੰਦੀ ਹੈ ਚੀਜ਼ਾਂ ਦੀ, ਪਰ ਚੀਜ਼ਾਂ ਮੇਨਟੇਨ ਰਹਿ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਉਹ ਇੱਕ ਵੱਡਾ ਸਵਾਲ ਹੈ। ਇੱਕ ਛੋਟੀ ਜਿਹੀ ਉਦਾਹਰਨ ਮੈਂ ਤੁਹਾਡੇ ਤੋਂ ਲੈਣਾ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਠੀਕ ਚੱਲ ਰਿਹਾ ਸੋਲਰ ਪਲਾਂਟ ਕਿ ਨਹੀਂ ਚੱਲ ਰਿਹਾ? ਬਿਲਕੁਲ, ਸਾਡੀ ਯੂਨੀਵਰਸਿਟੀ 'ਚ ਅਕਸਰ ਇਹ ਹੁੰਦਾ ਨਾ ਕਿ ਤੁਸੀਂ ਸ਼ੁਰੂਆਤ ਕਿਸ ਚੀਜ਼ ਦੀ ਕਰ ਦਿੰਦੇ ਹੋ, ਉਹ ਲੌਂਗ ਟਾਈਮ ਹੈ ਕਿ ਨਹੀਂ ਹੈ, ਉਹਦੀ ਮੇਨਟੇਨੈਂਸ ਕਿਵੇਂ ਰੱਖੀ ਜਾਏਗੀ। ਇੱਕ ਵੱਡਾ ਸਵਾਲ ਸੰਸਥਾਵਾਂ ਤੇ ਜ਼ਰੂਰ ਉੱਠਦਾ ਹੈ ਕਿ ਕੋਈ ਵੀ ਸੰਸਥਾ ਪੈਸਾ ਲਾ ਕੇ ਕੋਈ ਚੀਜ਼ ਸ਼ੁਰੂ ਕਰ ਦਿੰਦੀ ਹੈ ਪਰ ਉਸ ਨੂੰ ਮੇਨਟੇਨ ਰੱਖ ਪਾਣਾ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਜਾਂਦਾ, ਇੱਕ ਚੁਣੌਤੀ ਰਹਿੰਦੀ ਹੈ। ਪਹਿਲਾ ਜੋ ਤੁਸੀਂ ਕੁਐਸਚਨ ਕੀਤਾ ਵੀ ਯੂਨੀਵਰਸਿਟੀ ਦਾ ਪ੍ਰੋਜੈਕਟ ਬੜਾ ਅੱਛਾ ਚੱਲ ਰਿਹਾ, ਉਹਦੀ ਕਪੈਸਿਟੀ ਹਾਲੇ ਵੀ ਤਕਰੀਬਨ 98% ਤੱਕ ਸਹੀ ਚੱਲ ਰਹੀ ਹੈ। ਔਰ ਜਿੱਥੋਂ ਤੱਕ ਇਹ ਪ੍ਰੋਜੈਕਟ ਦਾ ਹੈਗਾ ਇਹਦੇ ਚ ਨਾਲ ਆਸਥਾ ਵੀ ਜੁੜੀ ਹੋਈ ਹੈ। ਬਿਲਕੁਲ ਜਿਹੜੀ ਕੰਪਨੀ ਇਹਨਾਂ ਨੇ ਹਾਰਟੇਕ ਨਾਂ ਦੀ ਕੰਪਨੀ ਹੈ ਜਿਹੜੀ ਸਿਲੈਕਟ ਕੀਤੀ ਹੈ ਜੀ, ਉਹ ਆਪਣੇ ਆਪ ਨੂੰ ਬਹੁਤ ਡੈਡੀਕੇਟਿਡ ਕੰਪਨੀ ਹੈ ਔਰ ਉਹ ਕਹਿ ਰਹੇ ਆ ਵੀ ਸਾਡੇ ਵਾਸਤੇ ਇੱਕ ਇਸ ਆਸਥਾ ਦਾ ਸਾਡੇ ਕੋਲ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਇੱਕ ਸਾਧਨ ਜਰੀਆ ਬਣੇਗਾ। ਔਰ ਸਾਨੂੰ ਇਸ ਸਮੇਂ ਜੋ ਪ੍ਰੋਜੈਕਟ ਮਿਲਿਆ ਹੈ ਅਸੀਂ 10 ਸਾਲ ਆਲਮੋਸਟ ਫ੍ਰੀ of ਮੇਨਟੇਨੈਂਸ ਐਂਡ ਆਪਰੇਸ਼ਨ ਐਂਡ ਮੇਨਟੇਨੈਂਸ ਅਸੀਂ ਫ੍ਰੀ ਦੇਖਾਂਗੇ ਔਰ ਜੇ ਤੁਸੀਂ ਕਹੋਗੇ ਤਾਂ ਅਸੀਂ ਹੋਰ ਲੰਬਾ ਸਮਾਂ ਵੀ ਦੇਖਾਂਗੇ। ਕਿਆ ਬਾਤ, ਬਹੁਤ ਵਧੀਆ ਗੱਲ ਹੈ ਕਿਉਂਕਿ ਅਕਸਰ ਹੀ ਸਾਨੂੰ ਸਮੇਂ ਦਾ ਹਾਣੀ ਬਣਨਾ ਚਾਹੀਦਾ। ਲੋਕ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਨੇ ਪਰ ਤੁਸੀਂ ਜਾ ਕੇ ਦਰਬਾਰ ਸਾਹਿਬ 'ਚ ਦੇਖੋ ਕਿਹੜੀ ਦੁਨੀਆ ਦੀ ਟੈਕਨੀਕ ਹੈ ਜਿਹੜੀ ਉੱਥੇ ਨਹੀਂ ਹੈਗੀ, ਹਰ ਚੀਜ਼ ਉੱਥੇ ਅਵੇਲੇਬਲ ਹੈਗੀ ਹੈ। ਜਿਹੜੀ ਇੱਕ ਕਮੀ ਮਹਿਸੂਸ ਹੋ ਰਹੀ ਸੀ ਉਹ ਅੱਜ ਯੂਨਾਈਟਿਡ ਸਿੱਖ ਮਿਸ਼ਨ ਨੇ ਉਹ ਪੂਰੀ ਕਰ ਦਿੱਤੀ ਹੈ। ਸੁਖਪਾਲ ਸਿੰਘ ਧਨੋਆ ਸਾਹਿਬ ਕੋਲ ਚੱਲਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਔਰ ਦਰਸ਼ਕਾਂ ਨੂੰ ਇੱਕ ਜਾਣਕਾਰੀ ਦੇ ਦਈਏ। ਸੁਖਪਾਲ ਸਿੰਘ ਧਨੋਆ ਸਾਹਿਬ ਸਾਡੇ ਸੀਨੀਅਰ ਪੱਤਰਕਾਰ ਵੀ ਨੇ US ਤੋਂ ਔਰ ਹਾਲ ਹੀ ਦੇ ਵਿੱਚ ਸਾਡੇ ENBA ਅਵਾਰਡ ਮਿਲਿਆ। ਉਸ ਅਵਾਰਡ ਦੇ ਵਿੱਚ ਇੱਕ ਕੈਟੇਗਰੀ ਸੀ, ਉਹ ਕੈਟੇਗਰੀ ਇਹ ਸੀ ਕਿ ਇੱਕ ਕੈਂਪੇਨ ਅਸੀਂ ਚਲਾਈ ਸੀਗੀ ਜਦੋਂ ਲਾਕਡਾਊਨ ਹੋਇਆ ਸੀਗਾ ਕਿ ਲੋਕਾਂ ਤੱਕ ਹਰ ਤਰ੍ਹਾਂ ਦੀ ਰਸਦ, ਹਰ ਤਰ੍ਹਾਂ ਦਾ ਲੰਗਰ, ਹਰ ਤਰ੍ਹਾਂ ਦੀ ਮੈਡੀਕਲ ਹੈਲਪ ਹੈ ਜਿਹੜੀ ਉਹ ਪਹੁੰਚਾਈ ਜਾਵੇ। ਸੁਖਪਾਲ ਸਿੰਘ ਧਨੋਆ ਵਰਗੇ ਹੀ ਸਾਡੇ ਪੱਤਰਕਾਰ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ, ਅਸੀਂ ਆਪਣੀ ਇਹ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਲੋੜਵੰਦ ਹੱਥਾਂ ਤੱਕ, ਮਦਦਗਾਰ ਹੱਥਾਂ ਨੂੰ ਪਹੁੰਚਾਈਏ ਔਰ ਹਰ ਤਰ੍ਹਾਂ ਦੀ ਮਦਦ ਕਰੀਏ। ਉਸ ਕੈਂਪੇਨ ਨੂੰ ਇਹ ਸਨਮਾਨ ਮਿਲਿਆ। ਮੈਂ ਇਹ ਜ਼ਿਕਰ ਇਸ ਕਰਕੇ ਕਹਿ ਰਿਹਾ ਕਿ ਸੁਖਪਾਲ ਸਿੰਘ ਧਨੋਆ ਸਾਹਿਬ ਸਾਡੇ ਪੱਤਰਕਾਰ ਵੀ ਨੇ ਔਰ ਇਸ ਮਿਸ਼ਨ ਦੇ ਨਾਲ ਵੀ ਜੁੜੇ ਹੋਏ ਨੇ, ਹੋਰ ਮਿਸ਼ਨਾਂ ਦੇ ਨਾਲ ਵੀ ਜੁੜੇ ਹੋਏ ਨੇ। ਧਨੋਆ ਸਾਹਿਬ, ਸਭ ਤੋਂ ਪਹਿਲਾਂ
ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਇੱਕ ਉਪਰਾਲਾ ਕੀਤਾ ਗਿਆ, ਬਾਕੀ ਉਪਰਾਲੇ ਤਾਂ ਤੁਹਾਡੇ ਸ਼ਲਾਘਾਯੋਗ ਨੇ, ਮੈਡੀਕਲ ਕੈਂਪਸ ਤੁਸੀਂ ਲਗਾਏ ਨੇ, ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਈ ਹੈ, ਇਹ ਇੱਕ ਵੱਡਾ ਪ੍ਰੋਜੈਕਟ ਹੈ। ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਕ ਵੱਡਾ ਸੋਲਰ ਪਾਵਰ ਪਲਾਂਟ ਦਾ ਇਹ ਪ੍ਰੋਜੈਕਟ ਹੈ। ਇਹ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਚੰਗਾ ਉਪਰਾਲਾ ਜਾਂ ਸਮੇਂ ਦੀ ਜ਼ਰੂਰਤ ਸੀ, ਜਾਂ ਇਹ ਚੰਗੇ ਤਰੀਕੇ ਨਾਲ ਕਾਮਯਾਬ ਹੋਏਗਾ? ਹਰਪ੍ਰੀਤ ਜੀ, ਤੁਸੀਂ ਬੜੇ ਸੋਹਣੇ ਢੰਗ ਨਾਲ ਆਪਣੇ ਓਪਨਿੰਗ ਰਿਮਾਰਕਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕੀ ਕਿਹਾ, ਔਰ ਜਿਵੇਂ ਬਾਕੀ ਜਿਹੜੇ ਐਡਵਾਈਜ਼ਰਸ ਨੇ ਇਹਨਾਂ ਦੇ ਟੈਕਨੀਕਲ ਐਸਪੈਕਟ ਤੋਂ, ਤੇ ਢੀਂਡਸਾ ਸਾਹਿਬ ਨੇ ਜਿਵੇਂ ਦੱਸਿਆ। ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਤੋਂ ਮੇਰੇ ਖਿਆਲ ਦੇ ਵਿੱਚ 2008-9 ਦੇ ਵਿੱਚ ਮੈਂ ਢੀਂਡਸਾ ਸਾਹਿਬ ਨੂੰ ਪਹਿਲੀ ਵਾਰੀ ਕਵਰ ਕੀਤਾ ਸੀਗਾ, ਜਦੋਂ ਕਰਤਾਰਪੁਰ ਸਾਹਿਬ ਮਾਰਗ ਦੇ ਬਾਰੇ ਇਹਨਾਂ ਨੇ ਇੱਥੋਂ ਦੇ ਜਿਹੜੇ UNO ਦੇ ਅੰਬੈਸਡਰ ਸੀਗੇ ਮਿਸਟਰ ਮੈਕਡੋਨਲਡ, ਉਹਨਾਂ ਨੂੰ ਹਾਇਰ ਕੀਤਾ ਸੀ। ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੰਨਾ ਪੈਸਾ ਲੌਬਿੰਗ ਤੇ ਖਰਚ ਦੇਣ ਲੱਗੇ ਹੋ, ਤੁਹਾਨੂੰ ਲੱਗਦਾ? ਇਹਨਾਂ ਦਾ ਅੱਜ ਤੱਕ ਕੋਈ ਮੈਨੂੰ ਉਹ ਜਵਾਬ ਨਹੀਂ ਭੁੱਲਦਾ, ਔਰ ਜਿਸ ਜਵਾਬ ਨੂੰ ਸੁਣ ਕੇ ਮੈਂ ਹੁਣ ਤੱਕ ਇਹਨਾਂ ਦਾ ਪ੍ਰਸ਼ੰਸਕ ਆ ਤੇ ਇਹਨਾਂ ਦੇ ਨਾਲ ਜੁੜਿਆ, ਉਹ ਇਹ ਸੀ, ਕਹਿੰਦੇ ਜੀ ਮੈਂ ਸਾਰਾ ਪੈਸਾ ਅਸੀਂ ਸੰਗਤ ਨੇ ਇਕੱਠਾ ਕਰਕੇ ਗੁਰੂ ਨਾਨਕ ਦੇ ਨਾਂ ਤੇ ਦਿੱਤਾ ਹੈ, ਅੱਗੇ ਉਸ ਬਾਬੇ ਦੀ ਮਰਜ਼ੀ ਹੈ ਕੀ ਹੋਣਾ ਹੈ। ਔਰ ਐਂਡ ਤੱਕ ਸਾਨੂੰ ਇਹ ਉਮੀਦ ਨਹੀਂ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਏਗਾ, ਪਰ ਜਿਸ ਤਰ੍ਹਾਂ ਤੁਸੀਂ ਦੇਖਿਆ, ਇਹ ਆ ਆਸਤ। ਦੂਜੀ ਗੱਲ ਇਹਦੇ ਨਾਲ ਨਾ ਹਰਪ੍ਰੀਤ ਜੀ, ਬਹੁਤ ਮੈਂ NRI ਜਿਹੜੇ ਸਾਡੇ ਲੋਕ ਨੇ ਨਾ, ਉਹਨਾਂ ਦੇ ਪੁਆਇੰਟ ਆਫ View ਤੋਂ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਜੀ। ਅਸੀਂ ਨਾ ਇੱਥੇ ਲੋਕ ਬੈਠੇ ਹਰ ਚੀਜ਼ ਦੇ ਉੱਤੇ ਬੜੀ ਛੇਤੀ ਆਪਣੀ ਰਾਏ ਬਣਾ ਲੈਂਦੇ ਆ। ਸ਼੍ਰੋਮਣੀ ਕਮੇਟੀ ਦੇ ਬਾਰੇ ਵੀ ਸਾਡੀ ਇੱਕ ਰਾਏ ਬਣੀ ਹੈ ਜੀ, ਉੱਥੇ ਪ੍ਰਬੰਧ ਠੀਕ ਨਹੀਂ, ਉੱਥੇ ਠੀਕ ਢੰਗ ਨਾਲ ਆਹ ਨਹੀਂ ਚੀਜ਼ਾਂ ਚੱਲਦੀਆਂ, ਇਸ ਤਰ੍ਹਾਂ ਨਹੀਂ ਚੱਲਦੀਆਂ। ਮੈਂ ਢੀਂਡਸਾ ਸਾਹਿਬ ਦਾ, ਯੂਨਾਈਟਿਡ ਸਿੱਖ ਮਿਸ਼ਨ ਦੇ ਸਮੂਹ ਸੇਵਾਦਾਰਾਂ ਦਾ, ਜਿਹੜਾ ਇਹਨਾਂ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦੀ ਹਾਂ। ਸ਼੍ਰੋਮਣੀ ਕਮੇਟੀ ਦਾ ਖਾਸ ਕਰਕੇ ਇਹਨਾਂ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਬੀਬੀ ਜਗੀਰ ਕੌਰ ਹੋਰਾਂ ਦਾ ਧੰਨਵਾਦ ਕਰਦਾ ਹਾਂ। ਔਰ ਤੁਹਾਡਾ PTC ਦਾ ਇਸ ਕਰਕੇ ਕਿ ਤੁਸੀਂ ਇਸ ਮੁੱਦੇ ਨੂੰ ਜਿਸ ਢੰਗ ਨਾਲ ਉਭਾਰਿਆ ਹੈ ਅੱਜ, ਇਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਸੇਵਾ ਹੀ ਫੜ ਕੇ NRIs ਨੂੰ ਦੇਤੀ ਕਿ ਆ ਲਓ ਜੀ, ਤੁਸੀਂ ਖੁਦ ਇਹਦੇ ਪ੍ਰਬੰਧ ਕਰੋ, ਤੁਸੀਂ ਦੇਖੋ ਕੀ ਕਮੀਆਂ ਪੇਸ਼ੀਆਂ ਨੇ, ਕਿਵੇਂ ਇਹਨਾਂ ਨੂੰ ਦੂਰ ਕਰਨਾ ਹੈ। ਔਰ ਇਹਦੇ 'ਚ ਚੰਗੀ ਗੱਲ ਹੈ, ਤੁਹਾਨੂੰ ਹੋਰ ਡਿਟੇਲ 'ਚ ਦੱਸਣਗੇ। ਬਿਲਿੰਗ ਵੀ ਜਿਹੜੀ ਹੈ ਇਹਨਾਂ ਨੇ ਖੁਦ ਕਰਨੀ ਹੈ, ਕੰਪਨੀ ਨਾਲ ਲੈ ਦੇ ਵੀ। NRIs ਨੇ, ਜਿਹੜੀ ਇਹ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਬੇਸਡ ਇਨ ਯੂਨਾਈਟਿਡ ਸਟੇਟਸ ਹੈ, ਇਹਨਾਂ ਨੇ ਕਰਨੀ ਹੈ। ਸੋ ਇਹਦੇ ਬਹੁਤ ਸਾਰੇ ਆਸਪੈਕਟ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਇੱਕ ਕਰਕੇ ਟੱਚ ਕੀਤਾ ਹੈ, ਔਰ ਉਹਦੇ ਵਾਸਤੇ ਅਸੀਂ ਇੱਥੇ ਲੰਬੇ ਸਮੇਂ ਦੀ ਪਲੈਨਿੰਗ ਕਰ ਰਹੇ ਹਾਂ ਕਿ ਅਮਰੀਕਨ ਗਵਰਨਮੈਂਟ ਨਾਲ ਇੱਥੋਂ ਦੀ ਜਿਹੜੀ ਇੱਕ ਸਪੈਸ਼ਲ ਪੋਜੀਸ਼ਨ ਖੜੀ ਕੀਤੀ ਆ ਪ੍ਰੈਜ਼ੀਡੈਂਟ ਬਾਈਡਨ ਨੇ এনवायरमेंट ਦੇ ਉੱਪਰ, ਕਲਾਈਮੇਟ ਦੇ ਉੱਪਰ, ਜਿਹੜਾ ਉਹਨਾਂ ਨੇ ਵਿਸ਼ੇਸ਼ ਦੂਤ ਨਿਯੁਕਤ ਕੀਤੇ ਨੇ, ਜੌਨ ਕੈਰੀ, ਜਿਹੜੇ ਫਾਰਮਰ ਇੱਥੋਂ ਦੇ ਸਾਡੇ ਹੈਗੇ ਨੇ ਸੈਕਟਰੀ ਆਫ ਸਟੇਟ, ਹੁਣੇ ਇੰਡੀਆ ਹੋ ਕੇ ਗਏ ਨੇ। ਸੋ ਕਈ ਅਜੇ ਇਹਦੇ ਆਸਪੈਕਟ ਨੇ ਜਿਹੜੇ ਆਉਂਦੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਆਉਣਗੇ। ਲਾਸਟ ਗੱਲ ਮੈਂ ਇਹਦੇ 'ਚ ਤੁਹਾਨੂੰ ਇਸੇ ਹੀ ਸੈਗਮੈਂਟ ਦੇ ਵਿੱਚ ਕਹਿ ਦਿੰਨਾ, ਉਹ ਹੈਗੀ ਆ ਕਿ ਇਹ ਯੂਨਾਈਟਿਡ ਸਿੱਖ ਮਿਸ਼ਨ ਦਾ ਪ੍ਰੋਜੈਕਟ ਨਹੀਂ ਗਾ, ਸ਼ੁਰੂ ਉਹਨਾਂ ਨੇ ਕੀਤਾ ਹੈ। ਸਮੂਹ ਸਿੱਖਾਂ ਦਾ, ਸਮੂਹ ਨਾਨਕ ਨਾਮ ਲੇਵਾ, ਸਮੂਹ ਉਹਨਾਂ ਲੋਕਾਂ ਦਾ ਜੋ ਦਰਬਾਰ ਸਾਹਿਬ ਨੂੰ ਨਤਮਸਤਕ ਨੇ, ਜੋ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ, ਜਿਵੇਂ ਤੁਸੀਂ ਪਹਿਲਾਂ ਦੱਸਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਜੋ ਉਸ ਫਲਸਫੇ ਨੂੰ ਸਮਰਪਿਤ ਨੇ ਹਰ ਸਿੱਖ ਦਾ, ਔਰ ਉਹਦੇ 'ਚ ਇਹਨਾਂ ਦਾ ਯੋਗਦਾਨ ਪਾਉਣਾ ਬੜਾ ਲਾਜ਼ਮੀ ਹੈ, ਔਰ ਪਾ ਕੇ ਆਪਣਾ ਜੀਵਨ ਵੀ ਸਫਲ ਕਰਨਾ ਚਾਹੀਦਾ। ਠੀਕ ਹੈ ਤਰੋਆ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ, ਥੋੜਾ ਜਿਹਾ ਸ਼ਾਇਦ ਇਸ ਡਿਬੇਟ ਤੋਂ ਹਟ ਕੇ ਵੀ ਹੋਏਗਾ। ਜਿੰਨੀਆਂ ਵੀ ਸੰਸਥਾਵਾਂ ਨੇ, ਭਾਵੇਂ ਯੂਨਾਈਟਿਡ ਸਿੱਖ ਮਿਸ਼ਨ ਹੋਵੇ ਜਾਂ ਜਿੰਨੀਆਂ ਹੋਰ ਸੰਸਥਾਵਾਂ ਹੋਣ, ਉਹਨਾਂ ਦੇ ਜ਼ਰੀਏ ਹੁੰਦੀ ਫੰਡਿੰਗ ਜਾਂ ਉਹਨਾਂ ਨੂੰ ਜੋ ਵੀ ਫੰਡ ਆਉਂਦੇ ਨੇ, ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਕਈ ਲੋਕ ਆਮ ਤੌਰ ਤੇ ਚੁੱਕ ਲੈਂਦੇ ਨੇ ਕਿ ਇਹ ਪਾਰਦਰਸ਼ਤਾ ਕਿੱਥੇ ਹੈ, ਕਿੰਨਾ ਪੈਸਾ ਆਇਆ, ਕਿੱਥੇ ਗਿਆ, ਫੰਡ ਰੇਜ਼ ਕਿਵੇਂ ਹੋਏਗਾ। ਅੱਜ ਦੀ ਤਰੀਕ ਦੇ ਵਿੱਚ ਭਾਰਤ ਸਰਕਾਰ ਦੀ ਬਹੁਤ ਤਿੱਖੀ ਨਿਗਾਹ ਹੈਗੀ ਹੈ ਅਜਿਹੀਆਂ ਸੰਸਥਾਵਾਂ ਤੇ, ਖਾਸ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਬੜਾ ਮੁਸ਼ਕਲ ਹੋ ਗਿਆ ਇਸ ਤਰੀਕੇ ਨਾਲ ਕੰਮ ਕਰਨਾ। ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਨੂੰ ਇੰਨੇ ਵੱਡੇ ਪ੍ਰੋਜੈਕਟ ਦੇ ਵਿੱਚ ਕੋਈ ਅੜਿੱਕਾ ਬਣਨਗੀਆਂ ਉਹ ਚੀਜ਼ਾਂ, ਜਾਂ ਇਹਨਾਂ ਚੋਂ ਪਾਰ ਨਿਕਲਿਆ ਜਾ ਸਕੇਗਾ? ਦੇਖੋ, ਪਿਛਲੇ 15 ਸਾਲਾਂ ਤੋਂ ਰਿਸ਼ਪਾਲ ਸਿੰਘ ਜੀ ਢੀਂਡਸਾ ਇਹ ਸਾਰੀ ਸੇਵਾ ਨਿਭਾ ਰਹੇ ਨੇ, ਔਰ NRI ਜਿਹੜੇ ਨੇ ਉਹ ਆਪਣੇ ਤਰੀਕੇ ਨਾਲ ਇਹ ਕੈਂਪ ਲੈਂਦੇ ਨੇ, ਕਿਹੜੀ ਜਗ੍ਹਾ ਤੇ ਲੱਗਣਾ ਹੈ, ਕਿਸ ਤਰ੍ਹਾਂ ਨਾਲ ਇਹ ਸਾਰਾ ਕੁਝ ਹੋਣਾ ਹੈ, ਔਰ ਨਿਰੰਤਰ ਸੇਵਾ ਚੱਲ ਰਹੀ ਆ। ਅਜੇ ਤੱਕ ਇਹਨਾਂ ਦੀ ਸੰਸਥਾ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਆ ਉਹ ਕਿੰਤੂ ਪਰੰਤੂ ਨਹੀਂ ਹੋਇਆ। ਆਡਿਟ ਹੁੰਦੀ ਆ, ਪ੍ਰੋਪਰ ਢੰਗ ਨਾਲ ਆਉਂਦਾ। ਢੀਂਡਸਾ ਸਾਹਿਬ ਇਹਦੇ ਬਾਰੇ ਬਹੁਤ ਹੋਰ ਬਿਹਤਰ ਢੰਗ ਨਾਲ ਤੁਹਾਨੂੰ ਐਕਸਪਲੇਨ ਕਰ ਦੇਣਗੇ। ਬਿਲਕੁਲ। ਪਰ ਤੁਸੀਂ ਦੇਖੋ ਕਿ ਢੀਂਡਸਾ ਸਾਹਿਬ ਦੀ ਇਹ ਪ੍ਰੇਰਨਾ
ਜਿਹੜੀ ਪੈਸੇ ਦੀ ਫੰਡਾਂ ਦੀ ਪਾਰਦਰਸ਼ਤਾ ਹੈ ਔਰ ਲੋਕਾਂ ਦਾ ਉਹਦੇ ਤੋਂ ਵਿਸ਼ਵਾਸ ਅੱਗੇ ਬਣਿਆ ਹੋਇਆ। ਚੱਲਦੇ ਹੋਏ ਆ ਸਿੱਖ ਸੇਵਾ ਤੇ ਬਹਾਦਰ ਸਿੰਘ ਜੀ ਓਰੇਗਨ ਤੋਂ ਨੇ, ਉਹਨਾਂ ਲੋਕਾਂ ਨੇ ਪ੍ਰੇਰਣਾ ਲੈ ਕੇ ਅੱਗੇ ਇੰਨੇ ਵੱਡੇ ਕੰਮ ਸ਼ੁਰੂ ਕੀਤੇ ਨੇ ਕਿ ਯੂਪੀ ਨੇਪਾਲ ਦੇ ਬਾਰਡਰ ਤੇ ਲਖੀਮਪੁਰ ਖੇਰੀ ਦੇ ਵਿੱਚ ਹਸਪੀਟਲ ਜਿੱਥੇ ਫ੍ਰੀ ਲੰਗਰ ਦੀ ਸੇਵਾ ਚੱਲਦੀ ਆ, ਜਿਨ੍ਹਾਂ ਮਰੀਜ਼ਾਂ ਕੋਲ ਪੈਸੇ ਹੈਗੇ ਨੇ ਔਰ ਜਿਹੜੇ ਕੈਂਪ ਇਹ ਢੀਂਡਸਾ ਸਾਹਿਬ ਇੱਥੇ ਲਾ ਰਹੇ ਨੇ, ਇਹ ਇੱਕ ਦੂਜੇ ਨਾਲ ਹੁਣ ਐਕਸਚੇਂਜ ਕਰਦੇ ਨੇ। ਉਹਨਾਂ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਹਾਦਰ ਸਿੰਘ ਹੋਰਾਂ ਨੇ ਦੱਸਿਆ ਸੀਗਾ ਕਿ ਮੇਰੀ ਪ੍ਰੇਰਨਾ ਸਰੋਤ ਰਿਸ਼ਪਾਲ ਸਿੰਘ ਢੀਂਡਸਾ ਨੇ, ਯੂਨਾਈਟਿਡ ਸਿੱਖ ਮਿਸ਼ਨ ਹੈ, ਔਰ ਇਸ ਕਰਕੇ ਇਹ ਵੱਧ ਫੁੱਲ ਰਹੀ ਆ। ਔਰ ਵਧਣ ਫੁੱਲਣ ਦਾ ਕਾਰਨ ਕੀ ਆ ਕਿ ਇਹ ਲਗਾਤਾਰ ਪਾਰਦਰਸ਼ਤਾ ਰੱਖਦੀ ਆ ਔਰ ਸਾਰੇ ਫੰਡ ਜਿਹੜੇ ਨੇ ਪ੍ਰੋਪਰ ਢੰਗ ਨਾਲ ਇੰਡੀਅਨ ਤੇ ਯੂਐਸ ਗਵਰਨਮੈਂਟ ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਚੱਲਦਾ ਹੈ ਔਰ ਓਪਨ ਬੁੱਕ ਆ ਇਹਦੀ। ਔਰ ਖਾਸ ਕਰਕੇ ਇਸ ਪ੍ਰੋਜੈਕਟ ਦੀ ਜਿਹੜੀ ਆ ਉਹਦੀ ਢੀਂਡਸਾ ਸਾਹਿਬ ਤੁਹਾਨੂੰ ਦੱਸਣਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਨਾਲ ਉਹਦਾ ਪਲਾਨ ਕੀਤਾ ਹੈ। ਠੀਕ ਹੈ ਰਸ਼ਪਾਲ ਸਿੰਘ ਜੀ, ਰਸ਼ਪਾਲ ਸਿੰਘ ਜੀ, ਜਿਵੇਂ ਮੈਂ ਇੱਕ ਸਵਾਲ ਇਹਨਾਂ ਨੂੰ ਵੀ ਕੀਤਾ ਸੀਗਾ ਬਲੌਰ ਸਿੰਘ ਹੋਰਾਂ ਨੂੰ ਕਿ ਕੋਰੀਡੋਰ ਖੋਲ੍ਹਣਾ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਦੇ ਲਈ ਐਡੇ ਵੱਡੇ ਪੱਧਰ ਤੇ ਲੌਬਿੰਗ ਕਰਨਾ ਬੜਾ ਮੁਸ਼ਕਲ ਕੰਮ ਸੀਗਾ ਔਰ ਇਹ ਵੀ ਨਹੀਂ ਪਤਾ ਸੀਗਾ ਕਿ ਉਹਦੇ 'ਚ ਕੋਈ ਨਤੀਜਾ ਨਿਕਲੇਗਾ ਕਿ ਨਹੀਂ ਨਿਕਲੇਗਾ। ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਸੋਚਿਆ ਸੀ ਉਹ ਕੁਝ ਹੋ ਪਾਇਆ ਸਹੀ ਤਰੀਕੇ ਨਾਲ? ਇਹ ਤਾਂ ਨਹੀਂ ਕਹਿ ਸਕਦੇ, ਪਰ ਇਹ ਜ਼ਰੂਰ ਕਹਿ ਸਕਦੇ ਹਾਂ ਜੋ ਅਕਾਲ ਪੁਰਖ ਨੇ ਤੁਹਾਡੇ ਕੋਲ ਕਰਾਉਣਾ ਉਹ ਲਾਈਨ ਵਾ ਦਿੰਦਾ ਤੇ ਤੁਸੀਂ ਉੱਤੇ ਚੱਲਦੇ ਰਹਿੰਦੇ। ਕਿਉਂ ਸਾਡੀ ਨਾ ਤਾਂ ਐਜੂਕੇਸ਼ਨ ਹੈ ਤੇ ਨਾ ਕੋਈ ਅਸੀਂ ਉਸ ਟਾਈਪ ਦੇ ਬੁਲਾਰੇ ਹੈਗੇ ਜਿਹੜੇ ਲੋਕਾਂ ਨੂੰ ਕਨਵਿੰਸ ਕਰ ਸਕੀਏ। ਇਹ ਉਹਦੇ ਰੰਗ ਆ ਉਹ ਆਪੇ ਹੀ ਰਾਹ ਦਿੰਦਾ। ਨਾ ਇਸ ਸੇਵਾ ਦਾ ਵੀ ਸਾਨੂੰ ਅੱਜ ਤੱਕ ਆਸ ਨਹੀਂ ਸੀ ਵੀ ਸਾਨੂੰ ਸੇਵਾ ਮਿਲੇਗੀ। ਕੋਈ ਜਦੋਂ ਇੱਥੋਂ NP ਸਾਹਿਬ ਨੇ ਜਾਂ ਸਾਡੇ ਬਲਦੇਵ ਸਿੰਘ ਹੋਣੀ ਉਹਨੇ ਗੱਲ ਕੀਤੀ ਸੀ, ਮੇਰੇ ਨਾਲ ਉਹਨਾਂ ਨੂੰ ਸ਼ਾਮ ਨੂੰ ਕਾਲ ਆਇਆ ਵੀ ਤੁਸੀਂ ਇਹ ਸੇਵਾ ਮੇਰੀ ਕੀ ਕਰਨਾ, ਤੇ ਮੇਰਾ ਇੱਕੋ ਹੀ ਉਹਨਾਂ ਨੂੰ ਇਹ ਬਿਨਾਂ ਸੋਚੇ ਤੋਂ ਬਿਨਾਂ ਬੋਲੇ ਤੋਂ ਸੀਗਾ ਵੀ ਤੁਸੀਂ ਝੋਲੀ ਅੱਡੀ ਕਿਉਂ ਨਹੀਂ। ਗੁਰੂ ਰਾਮਦਾਸ ਦੇ ਘਰ ਦੀ ਸੇਵਾ ਮੇਰੀ ਹੋਵੇ ਤੇ ਤੁਸੀਂ ਗਾਹਾਂ ਪੁੱਛਣ ਚੱਲ ਜਾਓ। ਵਾਹ, ਬਿਲਕੁਲ ਇਹ ਭਾਵੁਕ ਹੀ ਬੰਦੇ ਜੁੜ ਸਕਦੇ ਨੇ। ਅਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਤੇ ਉੱਥੇ ਦੀ ਧੂੜੀ ਨਤਮਸਤਕ ਹੁੰਦੇ ਹਾਂ, ਮੱਥੇ ਤੇ ਲਾਉਂਦੇ ਹਾਂ ਔਰ ਕਹਿੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਾਂ ਕਿ ਸਾਨੂੰ ਇਸ ਪਾਵਨ ਧਰਤੀ ਦੀ ਧੂੜੀ ਵੀ ਮਿਲੀ ਹੈ। ਜੇ ਉਸ ਪਾਵਨ ਧਰਤੀ ਦੀ ਸੇਵਾ ਕਿਸੇ ਨੂੰ ਮਿਲ ਰਹੀ ਹੈ ਤਾਂ ਤੁਸੀਂ ਸਹਿਜ ਦੇ ਨਾਲ ਸਮਝ ਸਕਦੇ ਹੋ ਕਿ ਕਿੰਨੀ ਵੱਡੀ ਗੱਲ ਹੈ। ਰਸ਼ਪਾਲ ਸਿੰਘ ਜੀ ਥੋੜੇ ਭਾਵੁਕ ਵੀ ਹੋ ਗਏ ਨੇ। ਢੀਂਡਸਾ ਸਾਹਿਬ, ਚਲੋ ਇਹ ਵਧੀਆ ਗੱਲ ਹੈ, ਪਰ ਮੈਂ ਇਹ ਸਮਝਣਾ ਚਾਹੁੰਦਾ ਕਿ ਜਿਹੜੇ ਤੁਹਾਡੇ US ਦੇ ਵਿੱਚ ਸੰਗਤਾਂ ਜੁੜੀਆਂ ਹੋਈਆਂ ਨੇ, ਲੋਕ ਜੁੜੇ ਹੋਏ ਨੇ, ਉਹਨਾਂ ਦੇ ਕੀ ਰਿਐਕਸ਼ਨ ਹੁੰਦੇ ਨੇ ਜਦੋਂ ਤੁਸੀਂ ਇਦਾਂ ਦੀ ਕੋਈ ਸੇਵਾ ਨਿਭਾਉਂਦੇ ਹੋ ਜਾਂ ਇੰਨੀ ਵੱਡੀ ਤੁਸੀਂ ਸੇਵਾ ਲੈ ਕੇ ਜਾ ਰਹੇ ਹੋ? ਸਰ ਜੀ, ਪ੍ਰੋਬਲਮ ਇਹ ਵੀ ਜਦੋਂ ਵੀ ਕੋਈ ਵੀ ਸੇਵਾ ਮਿਲਦੀ ਹੈ ਨਾ, ਉਹ ਜਦੋਂ ਵੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ, ਅੱਜ ਤੱਕ ਕਿਸੇ ਬੰਦੇ ਨੇ ਵੀ ਉਹਦਾ ਨੈਗੇਟਿਵ ਵਿਚਾਰ ਨਹੀਂ ਦਿੱਤੇ। ਜੇ ਇੱਕ ਕੈਂਪ ਤੋਂ ਤੁਰ ਕੇ 460 ਕੈਂਪ ਤੱਕ 430 ਕੈਂਪ ਤੱਕ ਗਏ ਆ, ਇਹ ਲੋਕਾਂ ਦੇ ਵਿਸ਼ਵਾਸ ਦੀ ਗੱਲ ਆ। ਜਿੱਦਾਂ ਪਹਿਲਾਂ ਕਹਿ ਰਹੇ ਤੈਨੂੰ ਹਿਸਾਬ, ਅਸੀਂ UP ਕੈਂਪ ਲਾਉਂਦੇ ਰਹੇ ਬਹਾਦਰ ਸਿੰਘ ਹੋਣਾ ਦੇ, ਤਕਰੀਬਨ 2500 ਤੋਂ 5000 ਬੰਦਾ ਵੀ ਪਰ ਕੈਂਪ ਆਉਂਦਾ ਰਿਹਾ। ਵਾਹ। ਤੇ ਉੱਥੇ ਦਾ ਹਾਲਾਤ ਤੁਹਾਨੂੰ ਇਹ ਪਤਾ ਵੀ ਅਸੀਂ ਪਹਿਲੀ ਵਾਰ ਲਾਇਆ ਸੀ ਸਿਵਲ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਨੇ ਸੀ। ਉਹ ਹਸਪੀਟਲ ਡੰਗਰਾਂ ਦੇ ਬਾੜੇ ਨਾਲ ਵੀ ਭੈੜਾ ਸੀ। ਜਿੱਥੋਂ ਅਸੀਂ ਜਲੰਧਰ ਤੋਂ ਟੀਮਾਂ ਖੜੀਆਂ ਸਾਰੀਆਂ, ਉਹਨੀ ਡਾਕਟਰਾਂ ਨੇ, ਉਹਨੀ ਨਰਸਾਂ ਬੀਬੀਆਂ ਨੇ ਆਪ ਉਹ ਸਾਫ਼ ਕਰਕੇ ਉਹਨੂੰ ਸੈਨੀਟਾਈਜ਼ ਕਰਕੇ ਇਸ ਲਾਇਕ ਬਣਾਇਆ ਵੀ ਉੱਥੇ ਆਪਰੇਸ਼ਨ ਹੋ ਸਕਣ। ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅੱਜ ਉੱਥੇ ਇੱਕ ਹਸਪੀਟਲ ਖੋਲ੍ਹ ਦਿੱਤਾ। ਵਾਹ। ਇੱਕ ਬੜੂ ਸਾਹਿਬ ਅਕੈਡਮੀ ਖੋਲ੍ਹ ਦਿੱਤੀ, ਇੱਕ ਨਰਸਿੰਗ ਕਾਲਜ ਖੋਲ੍ਹ ਦਿੱਤਾ, ਤੇ ਹੋਰ ਕਿੰਨੀਆਂ ਸੇਵਾਵਾਂ ਉਹ ਨਿਭਾ ਰਹੇ ਆ। ਇਹ ਤਾਂ ਹੀ ਆ ਵੀ ਜਦੋਂ ਤੁਸੀਂ ਕੋਈ ਚੰਗਾ ਅਕਸ਼ ਦੇਖ ਲੈਂਦੇ ਆ, ਮਨ 'ਚ ਹਰ ਬੰਦੇ ਦੇ ਕਰਦਾ ਵੀ ਜੇ ਇਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਕੋਈ ਜੇ ਤਾਂ ਸਾਡੇ ਸਾਧਨ ਪੋਜ਼ਿਟਿਵਲੀ ਹੋਣ ਵੀ ਅਸੀਂ ਚੰਗੇ ਨੂੰ ਚੰਗਾ ਫੜਨਾ, ਫਿਰ ਤਾਂ ਅਸੀਂ ਬਹੁਤ ਕੁਝ ਕਰ ਲੈਂਦੇ ਆ, ਤੇ ਜੇ ਨੁਕਸ ਕਰਨੇ ਹੋਣ ਤਾਂ ਫਿਰ ਤਾਂ ਬਈ ਰੱਬ ਹੀ ਫੇਰ ਨਿਕਲ ਜਾਂਦੇ। ਅੱਛਾ ਰਸ਼ਪਾਲ ਸਿੰਘ ਜੀ, ਇੱਕ ਹੋਰ ਗੱਲ, ਵੈਸੇ ਤਾਂ ਸਾਡੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ, ਉਸੇ ਫਲਸਫੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਤੁਸੀਂ UP ਦੇ ਬਾਰਡਰ ਤੱਕ ਜਾ ਕੇ ਇਲਾਜ ਕਰਦੇ। ਤੁਸੀਂ ਪੰਜਾਬ ਤੱਕ ਵੀ ਸੰਬੰਧਿਤ ਰਹਿ ਸਕਦੇ ਸੀਗੇ, ਸਿੱਖ ਕੌਮ ਤੱਕ ਵੀ ਸੰਬੰਧਿਤ ਰਹਿ ਸਕਦੇ ਸੀ ਕਿ ਚਲੋ ਅਸੀਂ ਸਿਰਫ ਪੰਜਾਬ ਜਾਂ ਸਿੱਖਾਂ ਦੇ ਹੀ ਆਪਰੇਸ਼ਨ ਕਰਨੇ ਨੇ। ਦੇਖੋ, ਗੁਰੂ ਗ੍ਰੰਥ ਸਾਹਿਬ ਇਹ ਮਾਨਵਤਾ ਲਈ ਆ, ਇੱਕ ਧਰਮ ਲਈ ਨਹੀਂ। ਠੀਕ ਹੈ, ਕਿਸੇ ਧਰਮ ਨੇ ਰਹਿਮਨਾਈ, ਕਿਸੇ ਮਜ਼ਹਬ ਨੇ ਰਹਿਮਨਾਈ ਕਰਨੀ ਹੁੰਦੀ ਉਹਦੀ, ਪਰ ਇਹ ਮਾਨਵਤਾ ਦੇ ਹੋਣ ਕਰਕੇ ਸਾਨੂੰ, ਜੇ ਅਸੀਂ ਇਹੋ ਹੀ ਸੋਚਣ ਲੱਗ ਪਾਂਗੇ ਵੀ ਆਹ ਹੋਰ ਧਰਮ ਆ ਤਾਂ ਹੋਰ ਧਰਮ ਆ, ਆਹ ਗਰੀਬ ਆ ਤਾਂ ਅਮੀਰ ਆ, ਫਿਰ ਸਾਨੂੰ ਸਿੱਖ ਜਿਹੜਾ ਕਹਿਲਾਉਣ ਦਾ ਹੱਕ ਨਹੀਂ ਹੈਗਾ। ਬਿਲਕੁਲ ਠੀਕ।
ਤੇ ਅਸੀਂ ਹਾਂਜੀ ਜੀ ਰਸ਼ਪਾਲ ਸਿੰਘ ਜੀ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਪਾਲ ਸਿੰਘ ਧਨੋਆ ਸਾਹਿਬ ਨੇ ਦੱਸਿਆ ਕਿ ਜਦ ਤੁਸੀਂ ਬਾਹਰ ਬੈਠੇ ਹੁੰਦੇ ਹੋ ਕਈ ਤਰ੍ਹਾਂ ਦੇ ਪਰਮ ਭੁਲੇਖੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀ ਹੁੰਦੇ ਨੇ, ਖਾਸ ਤੌਰ ਤੇ ਸਾਡੀਆਂ ਸਿੱਖ ਸੰਸਥਾਵਾਂ ਦੇ ਪ੍ਰਤੀ ਕਈ ਤਰ੍ਹਾਂ ਦੇ ਪਰਮ ਭੁਲੇਖੇ ਹੁੰਦੇ ਨੇ। ਤੁਹਾਨੂੰ ਐਸਜੀਪੀਸੀ ਦਾ ਨਜ਼ਰੀਆ ਕਿਵੇਂ ਦਾ ਲੱਗਿਆ ਇਸ ਪ੍ਰੋਜੈਕਟ ਨੂੰ ਲੈ ਕੇ? ਖਾਸ ਤੌਰ ਤੇ ਅਕਸਰ ਇਹ ਕਿਹਾ ਜਾਂਦਾ ਕਿ ਲੋਕੀ ਸੇਵਾ ਲੈਣ ਲਈ ਜਾਂਦੇ ਨੇ ਪਰ ਉੱਥੇ ਇੰਨੇ ਅੜਿੱਕੇ ਹੁੰਦੇ ਨੇ, ਉੱਥੇ ਇੰਨੇ ਦਫ਼ਤਰੀ ਕੰਮ ਹੁੰਦੇ ਨੇ, ਬੰਦੇ ਨੂੰ ਸੇਵਾ ਹੀ ਨਹੀਂ ਮਿਲਦੀ, ਬੰਦਾ ਪਿੱਛੇ ਹੋ ਜਾਂਦਾ। ਦੇਖੋ, ਮੇਰਾ ਇਹ ਵਾਸਤਾ ਉਹਨਾਂ ਨਾਲ ਪਹਿਲੀ ਵਾਰ ਪਿਆ ਤੇ ਮੇਰਾ ਖਿਆਲ ਮੰਗਣ ਦੀ ਵੀ ਲੋੜ ਨਹੀਂ ਪਈ, ਝੋਲੀ 'ਚ ਪੈ ਗਈ ਸੇਵਾ। ਵਾਹ। ਹਾਂ, ਇਹ ਹੋ ਸਕਦਾ ਵੀ ਉੱਥੇ ਦੇ ਜਿਹੜੇ ਕੰਮ ਕਰਨ ਵਾਲੇ ਲੋਕ ਅਫਸਰ ਵੇਅਰ ਆ, ਉਹਨਾਂ ਦੇ ਆਪਣੇ ਆਪਣੇ ਸੁਭਾਅ ਕਿਸੇ ਤਰੀਕੇ ਨਾਲ ਵੱਖਰੇ ਹੋ ਸਕਦੇ ਆ, ਪਰ ਸੰਸਥਾ ਤਾਂ ਕੋਈ ਵੀ ਮਾੜੀ ਨਹੀਂ ਹੁੰਦੀ। ਜਦੋਂ ਇੰਨਾ ਚਿਰ ਅਸੀਂ ਉਸ ਤੋਂ ਬਾਹਰ ਰਹਾਂਗੇ ਤੇ ਸਾਨੂੰ ਖਾਮੀਆਂ ਨਜ਼ਰ ਆਉਂਦੀਆਂ ਰਹਿਣਗੀਆਂ, ਤੇ ਜਦੋਂ ਅਸੀਂ ਵਿੱਚ ਹੋ ਜਾਾਂਗੇ, ਜੇ ਖਾਮੀਆਂ ਹੋਣਗੀਆਂ ਤਾਂ ਅਸੀਂ ਸੁਧਾਰ ਲਾਂਗੇ। ਤੇ ਸਾਡੀ ਸਾਰਿਆਂ ਦੀ ਬਾਤ ਜ਼ਿੰਮੇਵਾਰੀ ਬਣਦੀ ਆ, ਭਾਈ ਆਓ ਆ ਕੇ। ਇਹ ਜ਼ਰੂਰੀ ਨਹੀਂ ਵੀ ਦਰਬਾਰ ਸਾਹਿਬ 'ਚ ਹੀ ਕੰਮ ਕਰਨਾ, ਸਾਡੇ ਪਿੰਡਾਂ ਦੇ ਕੰਮ ਕਰਨ ਵਾਲੇ ਪਏ ਆ, ਸਾਡੇ ਰਿਸ਼ਤੇਦਾਰੀਆਂ ਗਰੀਬ ਹੋ ਰਹੀਆਂ, ਸਾਡੀ ਸਿਵਲ ਸਰਵਿਸ ਜਿਹੜੀ ਆ ਖਾਸ ਕਰਕੇ ਪੰਜਾਬ ਦੀ ਉਹ ਬਹੁਤ ਘਟ ਰਹੀ ਆ। ਇਹਨਾਂ ਨੂੰ ਅਸੀਂ ਮੀਟਿੰਗਾਂ 2-3 ਸਾਡੀਆਂ ਹੋਈਆਂ, ਸ਼ਾਇਦ ਅਸੀਂ ਬਹੁਤ ਛੇਤੀ ਇੱਥੇ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਜਿਹਦੇ ਨਾਲ ਗਰੀਬ ਘਰ ਦਾ IQ ਚੱਕ ਕੇ ਅਸੀਂ ਇਸ ਲੈਵਲ ਤੇ ਪਹੁੰਚਾਵਾਂਗੇ ਜਿੱਥੇ ਕਾਨੂੰਨ ਬਣਨਗੇ ਜਾਂ ਕੋਈ ਸਿਸਟਮ ਹੋਊਗਾ, ਉੱਥੇ ਸਾਡੇ ਬੰਦੇ ਬੈਠੇ ਹੋਇਆ ਕਰਨਗੇ। ਅਕਸਰ ਹੀ ਇਹ ਸਾਡੇ ਕਮੀ ਜਗ ਜ਼ਾਹਰ ਹੋ ਰਹੀ ਹੈ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਮੈਂ ਇੱਕ ਗੱਲ ਤੁਹਾਡੇ ਤੋਂ ਵੀ ਬਲੌਰ ਸਿੰਘ ਜੀ ਪੁੱਛਣਾ ਚਾਹੁੰਦਾ, ਇਹ ਜਿਹੜਾ ਪ੍ਰੋਜੈਕਟ ਹੈ ਇਹਦੀ ਕੋਈ ਟਾਈਮ ਲਿਮਿਟ ਫਿਕਸ ਕੀਤੀ ਹੈ ਕਿ ਕਦੋਂ ਤੱਕ ਇਹ ਪ੍ਰੋਜੈਕਟ ਮੁਕੰਮਲ ਹੋ ਜਾਏਗਾ, ਜਾਂ ਅੰਦਾਜ਼ਨ ਤੁਸੀਂ ਕੋਈ ਕੀਮਤ ਲਗਾਈ ਹੈ ਕਿ ਕਿੰਨਾ ਖਰਚਾ ਆ ਜਾਏਗਾ? ਹਾਂਜੀ ਹਰਪ੍ਰੀਤ ਜੀ, ਇਹਦਾ ਅਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀਗਾ, ਸਾਰਾ ਸਰਵੇ ਕਰਕੇ ਪਹਿਲਾਂ ਤਾਂ ਅਸੀਂ ਇਹਦੀਆਂ ਟੈਕਨੀਕਲ ਸਪੈਸੀਫਿਕੇਸ਼ਨ ਸਾਰੀਆਂ ਫਿਕਸ ਕੀਤੀਆਂ ਨੇਗੀਆਂ। ਜੋ ਬੈਸਟ ਟੈਕਨੀਕਲ ਸਪੈਸੀਫਿਕੇਸ਼ਨ ਹੈਗੀ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਇਹਦੇ 'ਚ ਜਿਹੜਾ ਸੋਲਰ ਪੈਨਲਸ ਜਿਹੜੇ ਹੈਗੇ, ਫੋਟੋਵੋਲਟਿਕ ਪੈਨਲਸ ਨੇ, ਦੈਟ ਇਜ਼ ਮੋਰ ਇੰਪੋਰਟੈਂਟ। ਅਸੀਂ ਉਹ ਬੈਸਟ ਪੈਨਲ ਸਿਲੈਕਟ ਕੀਤੇ ਨੇ ਵਿਚ ਆਰ 21% ਐਫੀਸ਼ੀਐਂਟ, ਵਰਲਡ ਦੇ ਵਿੱਚ ਸਭ ਤੋਂ ਬੈਸਟ ਅਵੇਲੇਬਲ ਟੈਕਨੋਲੋਜੀ ਜਿਹੜੀ ਹੈਗੀ ਹੈ। ਤੇ ਅਸੀਂ ਇਹਦਾ ਜਿਹੜਾ ਹੈਗਾ ਸਾਰਾ ਟੈਕਨੀਕਲ ਸਪੈਸੀਫਿਕੇਸ਼ਨ ਫਿਕਸ ਕਰਨ ਤੋਂ ਬਾਅਦ ਅਸੀਂ ਮੈਨੂਫੈਕਚਰਰਸ ਦੇ ਨਾਲ, ਕੰਪਨੀ ਦੇ ਨਾਲ ਸਾਰਾ ਡਿਸਕਸ ਕਰਕੇ ਇਹਦੀ ਕਾਸਟਿੰਗ ਵੀ ਕੀਤੀ ਹੈ। ਇਹ ਜਿਹੜਾ 1 ਮੈਗਾਵਾਟ ਜਿਹੜਾ ਪ੍ਰੋਜੈਕਟ ਹੈਗਾ, ਉਹਦੀ ਜਿਹੜੀ ਕਾਸਟ ਹੈ ਤਕਰੀਬਨ ਟੈਕਸਸ ਵਗੈਰਾ ਪਾ ਕੇ, ਇਨਕਲੂਡਿੰਗ ਜਿਸ ਤਰ੍ਹਾਂ NPC ਨੇ ਦੱਸਿਆ ਹੈਗਾ 10 ਸਾਲ ਦਾ ਆਪਰੇਸ਼ਨਲ ਮੇਨਟੇਨੈਂਸ ਜਿਹੜਾ ਹੈਗਾ ਉਹ 3.5 ਕਰੋੜ ਹੈ। ਜੇ ਅਸੀਂ $US ਦੇ ਵਿੱਚ ਕਰੀਏ $500,000, ਲੇਕਿਨ ਅਸੀਂ ਸ਼ੁਰੂ ਕਰ ਰਹੇ ਹਾਂ 1.5 ਮੈਗਾਵਾਟ ਦੇ ਨਾਲ, ਜਿਹਦੀ ਤਕਰੀਬਨ ਕਾਸਟ ਜਿਹੜੀ ਹੈਗੀ ਆ ਇੰਡੀਅਨ ਰੂਪੀ ਦੇ ਵਿੱਚ 5.5 ਤੋਂ 6 ਕਰੋੜ ਹੋਏਗੀ। ਤੇ ਇਹ ਜਿਹੜਾ 4 ਮਹੀਨੇ ਦਾ ਸਾਡਾ ਜਿਹੜਾ ਹੈਗਾ ਟਾਈਮ ਲਾਈਨ ਹੈ ਇਹਨੂੰ ਕੰਪਲੀਟ ਕਰਨ ਦਾ, ਫਰੋਮ ਸਟਾਰਟ ਟੂ ਕਮਿਸ਼ਨਿੰਗ। ਆਲਰੇਡੀ ਅਸੀਂ ਜਿਹੜੀ EPC ਕੰਪਨੀ ਹੈ ਸਿਲੈਕਟ ਕਰ ਚੁੱਕੇ ਹੈਗੇ ਆ, ਉਹਦਾ ਡਿਜ਼ਾਈਨ ਇੰਜੀਨੀਅਰਿੰਗ ਦਾ ਕੰਮ ਚੱਲ ਰਿਹਾ ਹੈਗਾ, ਡਿਫਰੈਂਟ ਰੂਟਸ ਦੇ ਉੱਪਰ ਉਹਦੀਆਂ ਡਰਾਇੰਗਾਂ ਬਣ ਰਹੀਆਂ ਨੇਗੀਆਂ। ਉਹਦੀ ਅਪਰੂਵਲ ਤੋਂ ਬਾਅਦ ਜਿਹੜਾ ਹੈਗਾ ਪ੍ਰੋਕਿਉਰਮੈਂਟ ਦਾ ਕੰਮ ਸ਼ੁਰੂ ਹੋ ਜਾਏਗਾ। ਟੋਟਲ ਕੰਮ ਜਿਹੜਾ ਹੈਗਾ ਤਕਰੀਬਨ 4 ਮਹੀਨੇ ਦੇ ਵਿੱਚ ਕੰਪਲੀਟ ਕਰਨ ਦਾ ਜਿਹੜਾ ਹੈਗਾ ਟਾਰਗੇਟ ਹੈਗਾ। ਅੱਛਾ ਬਲੌਰ ਸਿੰਘ ਜੀ, ਇੱਕ ਹੋਰ ਗੱਲ, ਬੜੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਜਾਂ ਸੋਲਰ ਪ੍ਰੋਜੈਕਟ ਨੂੰ ਲੈ ਕੇ ਆਂਦੇ ਨੇ ਕਿ ਇਹਦੇ ਵਿੱਚ ਜਿਹੜੇ ਇਕਵਿਪਮੈਂਟਸ ਲੱਗਦੇ ਨੇ ਉਹ ਬਹੁਤ ਮਹਿੰਗੇ ਨੇ, ਉਹ ਚਾਈਨੀਜ਼ ਨੇ, ਉਹ ਚੱਲਦੇ ਨਹੀਂ ਨੇ, ਇਹ ਕਾਮਯਾਬ ਨਹੀਂ ਹੋ ਪਾਉਂਦੀਆਂ ਚੀਜ਼ਾਂ। ਅਸੀਂ ਏਡਾ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ, ਇਹਦੇ ਪਿੱਛੇ ਦੀ ਕੋਈ ਗਾਰੰਟੀ ਜਾਂ ਅਸੀਂ ਇਹ ਸਮਝ ਪਾ ਰਹੇ ਹਾਂ ਕਿ ਵਾਕਈ ਇਹ ਕਾਮਯਾਬ ਹੋਏਗਾ? ਤੁਸੀਂ ਕਹਿ ਰਹੇ ਹੋ ਕਿ ਜਗ੍ਹਾ ਘੱਟ ਮਿਲੀ ਹੈ ਤਾਂ ਵੀ ਇਹ ਪ੍ਰੋਜੈਕਟ ਅਸੀਂ ਲਗਾਵਾਂਗੇ ਉੱਥੇ। ਹਰਪ੍ਰੀਤ ਜੀ, ਜਿਹੜੀ ਹੁਣ ਸੋਲਰ ਟੈਕਨੋਲੋਜੀ ਜਿਹੜੀ ਹੈਗੀ ਆ, ਨਾਓ ਇਟਸ ਪ੍ਰੂਵਨ ਟੈਕਨੋਲੋਜੀ। ਅੱਜ ਤੋਂ 10 ਸਾਲ ਪਹਿਲਾਂ ਜਿਸ ਤਰ੍ਹਾਂ ਇਹਦੀ ਕਾਸਟ ਵਾਈਜ਼ ਦੇਖੀ ਅਸੀਂ, ਇਟ ਵਾਸ ਵੈਰੀ ਐਕਸਪੈਂਸਿਵ। ਅੱਜ ਦੀ ਡੇਟ ਦੇ ਵਿੱਚ ਪ੍ਰਾਈਸ ਜਿਹੜੀ 1/3 ਹੈਗੀ ਹੈ। ਐਜ਼ ਫਾਰ ਐਜ਼ ਟੈਕਨੋਲੋਜੀ ਇਜ਼ ਕੰਸਰਨਡ, ਇਨ ਫੀਲਡ ਜਿਹੜੀਆਂ ਇਹਦੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਅਸੀਂ ਦੇਖ ਸਕਦੇ ਹੈਗੇ ਆ ਫਰੋਮ ਲਾਸਟ 20 ਈਅਰਸ ਜਿਹੜੇ ਪੈਨਲਸ ਨੇਗੇ ਉਹ ਚੱਲ ਰਹੇ ਨੇ, ਕੋਈ ਪ੍ਰੋਬਲਮ ਨਹੀਂ। ਉਹਦੇ ਚ ਡੀਗ੍ਰੇਡੇਸ਼ਨ ਜ਼ਰੂਰ ਹੁੰਦੀ ਹੈ ਓਵਰ ਏ ਪੀਰੀਅਡ ਆਫ ਟਾਈਮ, ਤਕਰੀਬਨ 0.5% ਐਵਰੀ ਈਅਰ ਡੀਗ੍ਰੇਡੇਸ਼ਨ ਹੁੰਦੀ ਹੈ। ਆਫਟਰ 25 ਈਅਰਸ ਜਿੰਨੀਆਂ ਵੀ ਕੰਪਨੀਜ਼ ਮੈਨੂਫੈਕਚਰ ਕਰ ਰਹੀਆਂ ਨੇ ਉਹ ਇਹਦੀ 25 ਸਾਲ ਦੀ ਗਰੰਟੀ ਦੇ ਰਹੀਆਂ ਨੇ, ਉਹਦੇ ਚ ਨਾਟ ਮੋਰ ਦੈਨ 0.5% ਡੀਗ੍ਰੇਡੇਸ਼ਨ। ਇਸ ਤਰ੍ਹਾਂ ਜਿਹੜਾ ਬਾਕੀ ਇਹਦੇ ਚ ਇਕਵਿਪਮੈਂਟ ਲੱਗਦੇ ਨੇਗੇ, ਇਨਵਰਟਰ ਹੈ, ਬੈਲੈਂਸ ਸਿਸਟਮ ਹੈਗਾ, ਉਹਨਾਂ ਦੀ ਵੀ ਗਰੰਟੀਜ਼ ਅਵੇਲੇਬਲ ਨੇ। ਸਭ ਤੋਂ ਵੱਡੀ ਗੱਲ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਕਰ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਵੀ ਪ੍ਰੋਜੈਕਟ ਲੱਗ ਗਿਆ ਉਸ ਤੋਂ ਬਾਅਦ ਉਹਦੀ ਆਪਰੇਸ਼ਨ ਮੇਨਟੇਨੈਂਸ ਜਿਹੜੀ ਹੈਗੀ ਆ, ਪਰਫਾਰਮੈਂਸ, ਉਹ ਅਸੀਂ ਆਲਰੇਡੀ 10 ਸਾਲ ਦਾ ਇਹਦੇ ਵਿੱਚ ਇਨਕਲੂਡ ਕਰ ਲਿਆ ਹੈਗਾ ਤਾਂ ਕਿ ਸਾਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ। ਤੇ ਇਹਦੀ ਜਿਹੜੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਵੀ ਮੋਨੀਟਰ ਕਰਾਂਗੇ ਤੇ 25 ਸਾਲ ਤੱਕ ਦਾ ਜਿਹੜਾ ਪ੍ਰੋਜੈਕਟ ਜਿਹੜੀ ਹੈ ਲਾਈਫ ਹੈਗੀ। ਗ੍ਰੇਟ। NP ਸਿੰਘ ਜੀ, ਪੰਜਾਬ ਦੇ ਅਸੀਂ ਚੁਗਿਰਦੇ ਦੀ ਵਾਤਾਵਰਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਅੱਜ ਪੰਜਾਬ ਦਾ ਵਾਤਾਵਰਣ ਕਿਸ ਥਾਂ ਤੇ ਪੁੱਜ ਚੁੱਕਿਆ, ਭਾਵੇਂ ਉਹ ਡੂੰਘੇ ਹੁੰਦੇ ਪਾਣੀਆਂ ਦੀ ਗੱਲ
ਕਰੀਏ, ਗੰਦਲੇ ਹੁੰਦੇ ਪਾਣੀਆਂ ਦੀ ਗੱਲ ਕਰੀਏ, ਹਵਾ ਦੀ ਗੱਲ ਕਰੀਏ, ਆਬੋ ਹਵਾ ਪੂਰੀ ਤਰ੍ਹਾਂ ਪੰਜਾਬ ਦੀ ਖਰਾਬ ਹੋ ਚੁੱਕੀ ਹੈ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਨਾਲ ਘੱਟੋ ਘੱਟ ਇੱਕ ਸੇਧ ਮਿਲਦੀ ਹੈ, ਇੱਕ ਸ਼ੁਰੂਆਤ ਹੁੰਦੀ ਹੈ ਕਿ ਕੋਈ ਗੁਰੂ ਘਰ ਦੇ ਵਿੱਚ ਐਡਾ ਪ੍ਰੋਜੈਕਟ ਲੱਗਿਆ, ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ, ਤਾਂ ਬੜੀਆਂ ਸੰਸਥਾਵਾਂ ਅੱਗੇ ਆਉਂਦੀਆਂ ਨੇ ਕਿ ਅਸੀਂ ਵੀ ਕਿਉਂ ਨਾ ਕੀਤਾ ਜਾਵੇ ਇਸ ਤਰ੍ਹਾਂ? ਹਰਪ੍ਰੀਤ ਜੀ, ਇਹ ਤੇ ਅੱਜ ਸਾਡੀ ਰਿਕੁਆਇਰਮੈਂਟ ਹੈ, ਸਾਨੂੰ ਰੀਨਿਊਏਬਲ એનર્ਜੀ ਵੱਲ ਨੂੰ ਜਾਣਾ ਬਣਦਾ, ਸਾਡਾ ਜ਼ਰੂਰੀ ਹੈ ਸਾਡੀ এনवायरमेंट, ਕਿਉਂਕਿ ਉਹਦੇ ਵਿੱਚ ਕੋਈ ਸਾਡੀ ਜਿਹੜੀ ਹੈ ਬਾਈ ਪ੍ਰੋਡਕਟ ਕੋਈ ਨਹੀਂ ਹੈ। ਸੋ ਅਸੀਂ ਸੋਲਰ ਦਾ ਨੈਚੁਰਲ ਸੋਰਸ ਵਰਤ ਕੇ ਸਿੱਧੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਰਹੇ ਹਾਂ, ਔਰ ਇਹਦੇ 'ਚ ਸਾਨੂੰ ਰਿਸਕ ਕੋਈ ਨਹੀਂ ਹੈ। ਸੋ ਅਸੀਂ ਤਾਂ ਹੀ ਬਹੁਤ ਸਾਰੀਆਂ ਐਜੂਕੇਸ਼ਨ ਜਿਹੜੀਆਂ ਨਵੀਆਂ ਐਜੂਕੇਸ਼ਨ ਜਾਂ ਐਜੂਕੇਸ਼ਨ ਤੋਂ ਇਲਾਵਾ ਵੀ ਜਿਹੜੀਆਂ ਬਿਲਡਿੰਗਾਂ ਉਹਨਾਂ ਦਾ ਡਿਜ਼ਾਈਨ ਹੀ ਇਸ ਤਰ੍ਹਾਂ ਹੋ ਰਿਹਾ ਵੀ ਉਹਦੇ ਵਿੱਚ ਜਿਹੜਾ ਸੋਲਰ ਪਾਵਰ ਨੂੰ ਯੂਜ਼ ਕੀਤਾ ਜਾ ਸਕੇ। ਔਰ ਦੂਸਰਾ ਇਹਦੇ ਵਿੱਚ ਇੱਕ ਹੋਰ ਫੈਕਟਰ ਜਿਹੜਾ ਮੇਜਰ ਹੈ, ਕਾਸਟ ਫੈਕਟਰ। ਜੀ। ਸੋ ਅੱਜ ਜਿਹੜਾ ਹੈ ਇਹ ਜੇ ਅਸੀਂ ਪ੍ਰੋਜੈਕਟ ਲਗਾਉਨੇ ਆ ਸੋਲਰ ਪ੍ਰੋਜੈਕਟ, ਤੇ ਉਹਦੀ ਜਿਹੜੀ ਕਾਸਟ ਰਿਕਵਰੀ ਕਾਸਟ ਹੈ ਉਹ 3 ਸਾਲ ਸਾਡੀ ਪੂਰੀ ਹੋ ਜਾਂਦੀ, ਜਿੰਨੀ ਸਾਡੀ ਇਲੈਕਟ੍ਰਿਸਿਟੀ ਤਾਂ ਅਸੀਂ ਬਿੱਲ ਪੇ ਕਰਦੇ ਆ ਉਨੀ ਰਿਕਵਰ ਹੋ ਜਾਂਦੀ ਆਲਮੋਸਟ 3 ਸਾਲਾਂ ਦੇ ਵਿੱਚ। ਜਿੰਨਾ ਅਸੀਂ ਹੁਣ ਯੂਨਿਟ ਲਗਾਵਾਂਗੇ ਉਹਦੀ ਕਾਸਟ 3 ਸਾਲਾਂ ਦੇ ਸਾਡੇ ਬਿਜਲੀ ਦਾ ਜਿੰਨਾ ਬਿੱਲ ਹੈ ਉਹਦੇ ਚ ਕੰਪਨਸੇਟ ਹੋ ਜਾਏਗਾ। ਇਹ ਗੱਲ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਸਮਝਾ ਪਾਏ ਹੋ? ਸਮਝ ਆ ਗਈ ਉਹਨਾਂ ਨੂੰ ਤਕਰੀਬਨ ਇਸੇ ਮੁੱਦੇ ਤੋਂ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਵੀ ਇਹ ਕਾਸਟ ਰਿਕਵਰੀ ਕਿਵੇਂ ਹੋਏਗੀ, ਕਿਉਂਕਿ ਜਿਹੜਾ ਉੱਥੋਂ ਦਾ ਬਿੱਲ ਹੈ ਤਕਰੀਬਨ ਇਸ ਵੇਲੇ 4.25 ਕਰੋੜ ਦੇ ਕਰੀਬ ਬਿੱਲ ਹੈ ਐਨੂਅਲ। ਸੋ ਜੇ ਅਸੀਂ ਪੂਰਾ ਜਿਹੜੀ ਹਾਲੇ ਵੀ ਸਾਡੀ ਕੋਸ਼ਿਸ਼ ਹੈ ਵੀ 4 ਮੈਗਾਵਾਟ ਜਾਂ 3 ਤੋਂ ਉੱਪਰ ਮੈਗਾਵਾਟ ਲਗਾਈਏ, ਸੋ ਉਹਦੇ ਨਾਲ ਤੁਸੀਂ ਦੇਖੋਗੇ ਕਿ 12 ਤੋਂ 15 ਕਰੋੜ ਰੁਪਈਆ ਸਾਡੀ ਟੋਟਲ ਇਨਵੈਸਟਮੈਂਟ ਹੋਏਗੀ। ਤੇ ਤੁਸੀਂ ਜੇ ਰਫਲੀ ਕੈਲਕੂਲੇਟ ਕਰੋ ਤੇ 4 ਤੇ 12 ਬਣਦਾ ਹੈ, 3 ਸਾਲਾਂ ਚ 3.25 ਸਾਲਾਂ ਦੇ ਵਿੱਚ ਉਸਦਾ ਪੂਰਾ ਹੋ ਜਾਏਗਾ। ਔਰ ਟੋਟਲ ਉਹਦੀ ਤੁਹਾਡੀ ਬਿਜਲੀ ਫ੍ਰੀ ਲਾਈਫ ਜਿਹੜੀ ਹੈ 25 ਇਅਰਸ ਹੈ, ਜਿਵੇਂ ਬਲੌਰ ਸਿੰਘ ਜੀ ਨੇ ਦੱਸਿਆ। ਔਰ ਉਹਦਾ ਆਪਰੇਸ਼ਨ ਮੇਨਟੇਨੈਂਸ ਸਾਨੂੰ ਕੋਈ ਮੈਨ ਪਾਵਰ ਰੱਖਣ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਜਿਹੜੀ ਐਗਜ਼ਿਸਟਿੰਗ ਮੈਨ ਪਾਵਰ ਹੈ ਉਹਦੇ ਵਿੱਚ ਵੀ ਤਕਰੀਬਨ ਇਹਦੇ 'ਚ ਤੁਸੀਂ ਕੱਟ ਸ਼ਾਰਟ ਕਰ ਸਕਦੇ ਆ, ਉਹ 'ਚ ਤੁਹਾਨੂੰ ਇੱਕ ਵੀ ਹੋਰ ਮੈਨ ਪਾਵਰ ਸਾਨੂੰ ਹਿਊਮਨ ਸੋਰਸ ਦੀ ਨਹੀਂ ਜ਼ਰੂਰਤ। ਸੋ ਇਸ ਕਰਕੇ ਸਾਨੂੰ ਇਹ ਇਨਕਰੇਜ ਕਰਨਾ ਚਾਹੀਦਾ, ਔਰ ਇਨਕਰੇਜ ਗਵਰਨਮੈਂਟ ਕਰ ਵੀ ਰਹੀ ਹੈ ਥੋੜਾ, ਕਿਉਂਕਿ ਹੁਣ ਜ਼ਿਆਦਾ ਵੱਡੇ ਪ੍ਰੋਜੈਕਟਾਂ ਤੇ ਲੋਕਾਂ ਦਾ ਫੋਕਸ ਜ਼ਿਆਦਾ ਸੀ ਜੀ। ਥੋੜ੍ਹੀਆਂ ਜਿਹੀਆਂ ਡਿਫਰੈਂਟ ਕਾਈਂਡ ਦੀਆਂ ਉਹਦੇ 'ਚ ਰੈਗੂਲੇਸ਼ਨਸ ਆ ਰਹੀਆਂ। ਸੋ ਲੇਟੈਸਟ ਜਿਹੜੀ ਰੈਗੂਲੇਸ਼ਨ ਬਲੌਰ ਸਿੰਘ ਜੀ ਖਰ ਬਿਹਤਰ ਦੱਸ ਸਕਦੇ ਆ, ਜਿਹੜੀ 1 ਮੈਗਾਵਾਟ ਦੀ ਜਿਹੜੀ ਕੈਪਿੰਗ ਆਈ ਸੀ ਉਹਨੇ ਕਾਫੀ ਸਾਰਾ ਇਹਦੇ 'ਚ ਐਂਥੂਸੀਆਜ਼ਮ ਘਟਾਤਾ, ਕਮਰਸ਼ੀਅਲਾਈਜੇਸ਼ਨ ਨੂੰ ਥੋੜਾ ਜਿਹਾ ਵਧਾਤਾ। ਪਰ ਫਿਰ ਵੀ ਜਿਹੜਾ ਹੈਗਾ ਹੋਮਲੀ ਆਪਣਾ ਡੋਮੈਸਟਿਕ ਯੂਜ਼ ਵਾਸਤੇ ਇਹਦਾ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ 1 ਮੈਗਾਵਾਟ ਬਹੁਤ ਘੱਟ ਡੋਮੈਸਟਿਕ ਦੇ ਵਿੱਚ ਸਾਡਾ 3 ਤੋਂ 4 ਕਿਲੋਵਾਟ ਤੇ ਵੈਸੇ ਘਰਾਂ ਦੇ ਵਿੱਚ ਯੂਜ਼ ਕਰਦੇ ਆ। ਤੇ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹਦੇ ਵਿੱਚ ਵੀ 1 ਮੈਗਾਵਾਟ ਮੇਰੇ ਨੌਲੇਜ ਨਹੀਂ ਵੀ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਇੰਸਟੀਟਿਊਸ਼ਨ ਡਿਵੈਲਪ ਹੋ ਰਹੀ ਹੈ ਜਿਸ 'ਚ 1 ਮੈਗਾਵਾਟ ਤੋਂ ਉੱਪਰ ਜਾਣ ਦੀ ਜ਼ਰੂਰਤ ਹੋਵੇ। ਸੋ ਇਸ ਕਰਕੇ ਸਾਨੂੰ ਇਹਨੂੰ ਪ੍ਰਮੋਟ ਵੀ ਕਰਨਾ ਚਾਹੀਦਾ, ਔਰ ਇਹਦੇ 'ਚ ਕਿਉਂਕਿ 1 ਟਾਈਮ ਇਨਵੈਸਟਮੈਂਟ ਹੈ। ਸੋ ਇਹ ਸਾਨੂੰ ਇਹਨੂੰ ਇਸੇ ਤੋਂ ਸੇਧ ਲੈ ਕੇ ਕਾਫੀ ਮੈਨੂੰ ਲੱਗਦਾ এনवायरमेंट ਮੈਂ ਅੱਜ ਹੀ ਦੇਖ ਰਿਹਾ ਸੀਗਾ ਸਾਡਾ ਜਿਹੜਾ ਵਾਟਰ ਲੈਵਲ ਹੈ ਉਹ ਤਕਰੀਬਨ ਅੱਜ ਬਲਾਕ ਲੈਵਲ ਤੇ ਉਹਨਾਂ ਨੇ ਕੈਲਕੂਲੇਟ ਕੀਤਾ 99% ਸਾਡੇ ਜਿਹੜੇ ਬਲਾਕ ਰੈੱਡ ਜ਼ੋਨ 'ਚ ਹੈ। ਬਿਲਕੁਲ ਠੀਕ ਹੈ ਤੁਹਾਡੀ। ਸੋ ਇਸ ਤਰ੍ਹਾਂ ਹੀ ਸਾਨੂੰ ਅਲਟੀਮੇਟਲੀ এনवायरमेंट ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਸਾਡੇ 'ਚ ਬਿਮਾਰੀਆਂ ਵੱਧ ਰਹੀਆਂ, ਬਠਿੰਡਾ ਜ਼ੋਨ ਤੁਹਾਨੂੰ ਪਤਾ ਹੀ ਹੈ, ਪਹਿਲਾਂ ਹੀ ਉੱਥੋਂ ਕੈਂਸਰ ਟ੍ਰੇਨ ਚੱਲਦੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਸਾਨੂੰ ਇਸ ਛੋਟੇ ਜਿਹੇ ਔਰ ਗਾਂਹ ਵਧੂ ਸਟੇਟ ਨੂੰ ਅੱਗੇ ਲਿਜਾਣ ਦਾ ਤਰੀਕਾ ਹੀ ਇਹ ਹੈ ਵੀ ਜਿੱਥੇ। ਬਿਲਕੁਲ ਠੀਕ ਹੈ। ਇੱਕ ਸਵਾਲ ਰਸ਼ਪਾਲ ਸਿੰਘ ਜੀ ਹੋਰਾਂ ਤੋਂ ਪੁੱਛਦੇ, ਫਿਰ ਧਨੋਆ ਸਾਹਿਬ ਕੋਲ ਵੀ ਚੱਲਾਂਗੇ। ਰਸ਼ਪਾਲ ਸਿੰਘ ਜੀ, ਹੁਣ ਇਹ ਪ੍ਰੋਜੈਕਟ ਤਾਂ ਤੁਸੀਂ ਸ਼ੁਰੂ ਕਰ ਰਹੇ ਹੋ, ਇੱਕ ਵੱਡਾ ਪ੍ਰੋਜੈਕਟ ਹੈਗਾ, ਜਦੋਂ ਗੱਲ ਫੰਡਿੰਗ ਦੀ ਆ ਜਾਂਦੀ ਹੈ, ਫੰਡ ਟ੍ਰਾਂਸਫਰ ਕਿਵੇਂ ਹੋਣਗੇ, ਫੰਡ ਇਕੱਠੇ ਕਿਵੇਂ ਹੋਣਗੇ? ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਹੁਣ ਸਰਕਾਰਾਂ ਦੀ ਨਿਗਾਹ ਬੜੀ ਰਹਿਣ ਲੱਗੀ ਹੈ, ਗਾਹੇ ਬਗਾਹੇ ਉਹ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦੇ ਹੀ ਰਹਿੰਦੇ ਨੇ। ਹੁਣ ਅਜਿਹੇ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ? ਪਹਿਲਾਂ ਲੱਗਦਾ ਸੀ, ਜਦੋਂ ਇਹਨੇ ਪਿਛਲੇ 2 ਮਹੀਨੇ ਤੋਂ ਕਰ ਦਿੱਤਾ ਸੀ ਵੀ ਜਿਹੜੇ NGO ਦੇ ਅਕਾਊਂਟ FCR ਦੇ ਆ ਕਿ ਉਹ ਤੁਸੀਂ ਦਿੱਲੀ ਸੈਟਅਪ ਕਰੋ ਤਾਂ ਹੀ ਤੁਹਾਡਾ ਗਾਹਾਂ ਜਿਹੜੀ NGO ਚੱਲੇਗੀ। ਰੱਬ ਦੀ ਕਿਰਪਾ ਨਾਲ ਸਾਡਾ ਅਕਾਊਂਟ ਸੈਟਅਪ ਫਿਰ ਦੁਬਾਰਾ ਹੋ ਗਿਆ। ਉਹ ਸਾਡੇ ਕੋਲ ਪਿਛਲੇ ਤਕਰੀਬਨ 6 ਸਾਲ ਤੋਂ ਜਿਹੜਾ ਇਹ FCR ਦਾ ਅਕਾਊਂਟ ਹੈਗਾ ਆ। ਅਸੀਂ ਹਰ ਪੈਸਾ ਬੈਂਕ ਟੂ ਬੈਂਕ ਕਰਦੇ ਆ, ਤੇ ਕੈਸ਼ ਨਹੀਂ, ਸਿਰਫ ਚੈੱਕ। ਅਸੀਂ ਪੇਮੈਂਟ ਵੀ ਚੈੱਕ ਥਰੂ ਕਰਦੇ ਆ ਤੇ ਚੈੱਕ ਥਰੂ ਲੈਂਦੇ ਆ, ਇਸ ਕਰਕੇ ਕੋਈ ਐਡੀ ਸਾਰੀ ਪਾਰਦਰਸ਼ਤਾ ਰਹਿੰਦੀ ਹੈ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਵੀ ਜਿਹੜਾ ਅਸੀਂ ਇਹਨਾਂ ਨੂੰ ਜਿੱਥੇ
ਉੱਦਾਂ ਇਹਨਾਂ ਨਾਲ ਸਾਡਾ ਕੰਟੈਕਟ ਹੋ ਗਿਆ ਵੀ ਅਸੀਂ ਮਨੀ ਤੁਹਾਨੂੰ ਉੱਥੋਂ ਟ੍ਰਾਂਸਫਰ ਕਰਾਂਗੇ ਸਿੱਧੀ ਹਾਟੇਕ ਵਾਲਿਆਂ ਨੂੰ ਜਿਹਨਾਂ ਨਾਲ ਸਾਡਾ ਸਿੱਧ ਹੋਇਆ, ਤੇ ਉਹਨਾਂ ਨੂੰ ਅਸੀਂ ਆਲਰੇਡੀ 10% ਜਿਹੜੀ ਆ ਪੈਸੇ ਦੇ ਚੁੱਕੇ ਆ, ਜਿਹੜਾ ਦਰਬਾਰ ਸਾਹਿਬ ਦਾ ਇਕੱਲੇ ਖਰਚੇ ਦਾ। ਬਾਕੀ ਜਿਹੜਾ ਹੋਊਗਾ ਹੁਣ ਜਾ ਕੇ ਧੰਨਵਾਦ ਸਾਹਿਬ ਬੈਠੇ ਆ ਜਿਹੜੇ ਸਾਡੇ ਹੋਰ ਉੱਥੇ ਕੋਆਰਡੀਨੇਟਰ ਹੈਗੇ, ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਸਾਰੇ ਗੁਰਦੁਆਰਾ ਸਾਹਿਬਾਨ ਨੂੰ, ਸਾਰੇ ਜਥੇਬੰਦੀਆਂ ਨੂੰ, ਤੇ ਸਾਰੇ ਹੀ ਜਿਹੜੇ ਬੰਦੇ ਇੰਡੀਵਿਜੂਅਲ ਸਿੱਖ ਆ ਭਾਈ ਆਓ ਇਸ ਕਹਿੰਦੇ ਹੁੰਦੇ ਆ ਵੀ ਕੁੰਭ ਜਾ ਫੜ ਆਪਣਾ ਹਿੱਸਾ ਪਾਓ ਤਾਂ ਜੋ ਆਪਣਾ ਜੀਵਨ ਜਿਹੜਾ ਵਾਪਸ ਸਫਲ ਕਰ ਸਕੇ। ਕਿਉਂਕਿ ਗੁਰਦੁਆਰਾ ਸਾਹਿਬ 2 ਵੇਲੇ ਤਿਲ ਫੁੱਲ ਦੀ ਅਰਦਾਸ ਹੁੰਦੀ ਆ, ਤੇ ਇਹ ਤਿਲ ਫੁੱਲ 25 ਸਾਲ ਤੱਕ ਚੱਲਣਾ, ਤੇ ਭਾਈ ਜੀ ਨੇ ਅਰਦਾਸ 25 ਸਾਲ ਦੀ ਕਰਨੀ ਆ, ਆਪਣਾ ਹਿੱਸਾ ਪਾ ਕੇ ਤਾਂ ਆਪਣੀ ਖੁਸ਼ੀਆਂ ਪ੍ਰਾਪਤ ਕਰੋ। ਔਰ ਮੈਨੂੰ ਲੱਗਦਾ ਕਿ ਜਦੋਂ ਅਜਿਹੀਆਂ ਸੰਸਥਾਵਾਂ ਜਿੱਦਾਂ ਦਾ ਟਰੈਕ ਰੋਡ ਬਿਲਕੁਲ ਕਲੀਅਰ ਹੋਵੇ ਔਰ ਜਿਨ੍ਹਾਂ ਦੇ ਕੰਮ ਦਿਖਦੇ ਹੋਣ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਤੋੜ ਦੀ ਕੋਈ ਜ਼ਰੂਰਤ ਪੈਂਦੀ ਨਹੀਂ। ਸੰਗਤ ਆਪ ਆਉਂਦੀ ਆ, ਆਪਣਾ ਦਸਵੰਧ ਕੱਢ ਕੇ ਆਪ ਤੁਹਾਨੂੰ ਫੜਾਉਂਦੀ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਸਹੀ ਲੇਖੇ ਲਾ ਰਹੇ ਹੋ। ਅੱਜ ਤੱਕ ਬੜਾ ਚਿਰ ਹੋ ਗਿਆ ਸਾਨੂੰ ਵੀ ਕੰਮ ਕਰਦੇ ਆ, ਖਾਸ ਤੌਰ ਤੇ ਇੱਕ ਛੋਟਾ ਜਿਹਾ ਐਕਸਪੀਰੀਅੰਸ ਮੈਂ ਵੀ ਤੁਹਾਡੇ ਨਾਲ ਸਾਂਝਾ ਕਰਦਾ। ਜਦੋਂ ਲਾਕਡਾਊਨ ਲੱਗਿਆ, ਬਹੁਤ ਸਾਰੇ NGO ਸਾਡੇ ਤੱਕ ਇਸ ਗੱਲ ਤੇ ਪਹੁੰਚ ਕਰਦੇ ਸੀਗੇ ਵੀ ਸਾਨੂੰ ਅਸਲ ਦੇ ਵਿੱਚ ਲੋੜਵੰਦ ਦਿਖਾਓ ਕਿਹੜੇ ਹੈ ਜਿਨ੍ਹਾਂ ਤੱਕ ਅਸੀਂ ਮਦਦ ਪਹੁੰਚਾਈਏ। ਸਾਡੇ ਕੋਲ ਬੜੇ ਸਾਰੇ ਲੋੜਵੰਦ ਆਉਂਦੇ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਵਾਕਈ ਇਹਨਾਂ ਨੂੰ ਜ਼ਰੂਰਤ ਹੈਗੀ ਇਹਨਾਂ ਚੀਜ਼ਾਂ ਦੀ ਜਾਂ ਨਹੀਂ ਹੈਗੀ ਹੈ। ਸੋ NGOs ਬਥੇਰੀਆਂ ਹੋਣਗੀਆਂ, ਪਰ ਅਸਲ ਦੇ ਵਿੱਚ ਤੁਹਾਡਾ ਪੈਸਾ, ਤੁਹਾਡਾ ਦਸਵੰਧ ਕਿੱਥੇ ਲੱਗਣਾ, ਸਹੀ ਤਰੀਕੇ ਨਾਲ ਲੱਗਣਾ ਕਿ ਨਹੀਂ ਲੱਗਣਾ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ, ਜਿਹਦਾ ਜਵਾਬ ਯੂਨਾਈਟਿਡ ਸਿੱਖ ਮਿਸ਼ਨ ਹੈਗੇ ਨੇ। ਧੰਨਵਾਦ ਸਾਹਿਬ, ਆਪਣੇ ਕੋਲ ਸਮਾਂ ਘੱਟ। ਹਾਂਜੀ ਰਸ਼ਪਾਲ ਸਿੰਘ ਜੀ, ਜਦੋਂ ਅਸੀਂ COVID-19 ਸ਼ੁਰੂ ਹੋਇਆ ਪਿਛਲੇ ਮਾਰਚ 22 ਤੋਂ ਸ਼ੁਰੂ ਹੋ ਗਏ, ਸਾਡੇ 24 ਤਰੀਕ ਨੂੰ ਸਾਨੂੰ ਇੱਕ ਸਿਟੀ ਤੋਂ ਕਾਲ ਆਈ ਵੀ ਸਾਨੂੰ ਰੋਟੀ ਚਾਹੀਦੀ, ਵੀ ਸਾਡੇ ਕੋਲ ਹੈ ਨਹੀਂ। ਕਿਉਂ ਕੁਦਰਤੀ ਗੱਲ ਹੈ, ਗਵਰਨਮੈਂਟ ਦੇ ਹੁਕਮ ਨਾਲ ਜਿਹੜੇ ਗੁਰਦੁਆਰਾ ਸਾਹਿਬ ਦੀ ਲੰਗਰ ਜਿਹੜੇ ਬੰਦ ਹੋ ਗਏ ਸੀ, ਅਸੀਂ ਸਿਰਫ 2 ਦਿਨ ਦਾ ਉਹਨਾਂ ਨਾਲ ਵਾਅਦਾ ਕੀਤਾ ਵੀ ਤੁਹਾਨੂੰ 2 ਦਿਨ ਲੰਗਰ ਦੇਵਾਂਗੇ। ਉਹ ਕਹਿੰਦੇ ਜੀ ਤੁਸੀਂ ਸਾਨੂੰ 2 ਦਿਨ ਦੇ ਦਿਓ, ਸਾਡਾ ਸਰ ਜਾਊਗਾ। ਜਦੋਂ ਅਸੀਂ 2 ਦਿਨ ਲੰਗਰ ਕੀਤਾ, ਸਾਨੂੰ ਲੋਕਾਂ ਨੇ ਬੰਦ ਹੀ ਨਹੀਂ ਕਰ ਦਿੱਤਾ। ਅਸੀਂ ਤਕਰੀਬਨ 8 ਤੋਂ 10,000 ਲੰਗਰ ਡੇਲੀ ਹਾਰਡ ਮੀਲ ਤਿਆਰ ਕਰਕੇ ਹੋਮਲੈਸ ਤੱਕ ਪਹੁੰਚਾਉਂਦੇ ਰਹੇ ਆ ਪੂਰਾ 1 ਸਾਲ। ਮੈਂ ਉਹੀ ਕਹਿ ਰਿਹਾ ਨਾ ਕਿ ਇਸ ਲਾਕਡਾਊਨ ਨੇ ਸਾਨੂੰ ਬਹੁਤ ਕੁਝ ਸਿਖਾਇਆ। ਰਸ਼ਪਾਲ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਵੀ ਪੁੱਛਣਾ ਚਾਹੁੰਦਾ। ਆਈਡੈਂਟੀਟੀ ਕ੍ਰਾਈਸਿਸ ਦੀ ਮੈਂ ਗੱਲ ਕੀਤੀ ਸੀ ਕਿ ਮਿਸਟੇਕਨ ID ਬੜੀ ਰਹਿੰਦੀ ਹੈ, ਖਾਸ ਤੌਰ ਤੇ US ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਜੀ। ਕਿੰਨਾ ਕੁ ਸੁਧਾਰ ਤੁਹਾਨੂੰ ਲੱਗਦਾ ਹੈ ਕਿ ਆਇਆ ਹੈ, ਜਾਂ ਕਿੰਨੇ ਕੁ ਹੋਰ ਯਤਨ ਕਰਨ ਦੀ ਜ਼ਰੂਰਤ ਹੈਗੀ ਹੈ? ਜਿਸ ਤਰ੍ਹਾਂ ਤੁਸੀਂ ਰੋਜ਼ ਦੇ ਪਰੇਡ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਯਤਨਾਂ ਦੀ ਹਲੇ ਹੋਰ ਬਹੁਤ ਜ਼ਰੂਰਤ ਹੈਗੀ ਹੈ? ਇਹ ਸਦਾ ਹੀ ਰਹਿਣੀ ਹੈ ਜੀ, ਕਿਉਂਕਿ ਸਾਡੇ ਕੋਲ ਅਜੇ ਤੱਕ ਵੀ ਕੋਈ ਉੱਥੇ ਦੀ ਨਿਊਜ਼ 'ਚ ਆਪਣਾ ਸਿੱਖ ਮੁੰਡਾ ਨਹੀਂ ਭੇਜ ਸਕੇ। ਜਿਹੜੇ ਸੈਨੇਟਰ ਆ ਉਹਨਾਂ ਦੇ ਕੋਲ ਵੀ ਹੈ ਜੀ ਆਪਣਾ ਜਿਹੜੇ ਬੱਚੇ ਸਾਡੇ ਲਾਅ ਮੇਕਰ ਹੈਗੇ ਆ, ਉਹਨਾਂ ਨੂੰ ਉੱਥੇ ਐਡਜਸਟ ਨਹੀਂ ਕਰ ਸਕੇ, ਕਿਉਂਕਿ ਜਦੋਂ ਉਹਨੇ ਕਾਨੂੰਨ ਬਣਾਉਣੇ ਆ, ਜਦੋਂ ਉਹਨੇ ਤੁਹਾਡੀ ਸ਼ਕਲ ਦੇਖ ਕੇ ਬਣਾਉਣਾ, ਫਿਰ ਤੁਹਾਡੇ ਹੱਕ 'ਚ ਹੋਣਗੇ। ਦੂਸਰੀ ਗੱਲ ਹੈ ਜੀ ਵੀ ਜਿਹੜੀ ਆਇਡੈਂਟੀਟੀ ਦੀ ਪ੍ਰੋਬਲਮ ਆ, ਇਹ ਆਮ ਲੋਕਾਂ 'ਚ ਨਹੀਂ ਹੈਗੀ ਜੀ। ਲੋਕ ਬਹੁਤ ਸਿਆਣੇ ਆ, ਬਹੁਤ ਵਧੀਆ ਆ। ਬਾਕੀ ਜਿਹੜੇ ਮਾੜੇ ਅਨਸਰ ਹੁੰਦੇ ਆ ਉਹ ਕਿਤੇ ਵੀ ਹੋ ਸਕਦੇ, ਉਹ ਸਮਾਜ ਦੇ ਹਰ ਹਿੱਸੇ ਵੀ ਹੈਗੇ ਆ, ਉੱਥੇ ਵੀ ਹੈਗੇ ਆ। ਜਿੱਦਾਂ ਸਾਡੇ ਵਿਸਕਾਂਸਨ ਹਮਲਾ ਹੋਇਆ, ਉਸ ਗਵਰਨਮੈਂਟ ਨੇ ਸਾਰੀ ਦੁਨੀਆ 'ਚ ਫਲੈਗ ਡਾਊਨ ਕਰ ਦਿੱਤੇ। ਇਸ ਤੋਂ ਵੱਡਾ ਮਾਣ ਸਾਡੇ ਕੀ ਹੋ ਸਕਦਾ? ਬਿਲਕੁਲ ਠੀਕ ਹੈ। ਧੰਨਵਾਦ ਸਾਹਿਬ, ਇੱਕ ਆਖਰੀ ਸਵਾਲ, ਆਪਣੇ ਕੋਲ ਸਮਾਂ ਘੱਟ ਹੈ। ਧੰਨਵਾਦ ਸਾਹਿਬ, ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਇਸ ਤੋਂ ਇਲਾਵਾ ਹੋਰ ਬੜੇ ਸਾਰੇ ਪ੍ਰੋਜੈਕਟ ਇਹਨਾਂ ਵੱਲੋਂ ਚਲਾਏ ਜਾ ਰਹੇ ਨੇ, ਬੜਾ ਸ਼ਲਾਘਾਯੋਗ ਕੰਮ ਹੈਗਾ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਹੈ। ਅਜਿਹੀ ਸੰਸਥਾ ਜਿਹੜੀ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ, ਪਿਛਲਾ ਟਰੈਕ ਰਿਕਾਰਡ ਬੜਾ ਸਹੀ ਹੈ। ਤੁਹਾਨੂੰ ਲੱਗਦਾ ਕਿ ਇਹ ਵੀ ਰੀਜ਼ਨ ਸੀਗਾ ਕਿ ਇੰਨੀ ਵੱਡੀ ਸੇਵਾ ਇਸ ਸੰਸਥਾ ਨੂੰ ਮਿਲ ਪਾਈ ਹੈ? ਟਰੈਕ ਰਿਕਾਰਡ ਬਿਲਕੁਲ ਕਲੀਅਰ, ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ, ਹਰ ਤਰ੍ਹਾਂ ਦੇ ਨਾਲ ਤੁਸੀਂ ਵਿਵਾਦ ਰਹਿਤ ਹੋ। ਅਜਿਹੀਆਂ ਚੀਜ਼ਾਂ ਦੇ ਨਾਲ, ਕਿਉਂਕਿ SGPC ਨੇ ਜੇ ਕਿਸੇ ਵੀ ਸੰਸਥਾ ਨੂੰ ਕੋਈ ਸੇਵਾ ਦੇਣੀ ਹੈ ਤਾਂ ਉਹ ਸਭ ਕੁਝ ਦੇਖਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਸਵਾਲ ਏਡੀ ਵੱਡੀ ਸੰਸਥਾ ਤੇ ਉੱਡ ਜਾਏਗਾ ਕਿ ਤੁਸੀਂ ਸੇਵਾ ਕਿਵੇਂ ਦੇ ਦਿੱਤੀ ਉਹਨਾਂ ਨੂੰ। ਬਿਲਕੁਲ ਤੁਸੀਂ ਹਰਪ੍ਰੀਤ ਜੀ ਠੀਕ ਗੱਲ ਕਹਿ ਰਹੇ ਹੋ ਕਿ ਕ੍ਰੈਡੀਬਿਲਿਟੀ ਕੀ ਆ, ਔਰ ਕ੍ਰੈਡੀਬਿਲਿਟੀ ਜਿਹੜੀ ਇਹਨਾਂ ਦਾ ਲਗਾਤਾਰ, ਜਿਵੇਂ ਇਹਨਾਂ ਨੇ ਆਪ ਹੀ ਐਕਸਪਲੇਨ ਕੀਤਾ ਹੈ। ਔਰ ਵੇਖੋ, ਇਹ ਜਿਹੜੀਆਂ 2 ਸੰਸਥਾਵਾਂ ਨੇ, ਸਿੱਖ ਸੇਵਾ ਜਿਹਦੇ ਚੇਅਰਮੈਨ ਬਹਾਦਰ ਸਿੰਘ ਨੇ, ਕੁਝ ਸੇਵਾ ਇਹਨਾਂ ਨੇ ਮੈਨੂੰ ਬਖਸ਼ੀ ਹੈ ਜੀ। ਪਿੱਛੇ ਜਦੋਂ ਲਾਕਡਾਊਨ ਦੀ ਗੱਲ ਸੀਗੀ, ਇੱਥੇ ਜਦੋਂ ਕਰੋਨਾ ਆਇਆ ਤੇ ਉਸ ਵੇਲੇ ਬੜੇ ਵੱਡਾ ਇਹ ਇਸ਼ੂ ਆ ਗਿਆ ਕਿ ਬਾਕੀ ਸਾਰੀਆਂ ਚੀਜ਼ਾਂ ਦਾ ਤਾਂ ਧਿਆਨ ਰੱਖਿਆ ਜਾ ਰਿਹਾ ਹੈ। ਐਂਬੈਸਡਰ ਜਿਹੜੇ ਨੇ ਇੱਥੇ ਤਰਨਜੀਤ ਸਿੰਘ ਸੰਧੂ, ਉਹਨਾਂ ਨੇ ਸਟੂਡੈਂਟਸ ਲਈ ਹੱਬ ਬਣਾਤੇ, ਹੋਟਲ ਲੈ ਤੇ ਕਈ ਕੁਝ ਕਰਤਾ। ਗੁਰਦੁਆਰਿਆਂ ਦੇ ਵਿੱਚ ਜਿਹੜੇ ਬਾਹਰੋਂ ਇੰਡੀਆ ਤੋਂ ਰਾਗੀ ਜਥੇ ਆਏ ਸੀ, ਉਹ ਸਟਕ ਹੋ ਕੇ ਬਹਿ ਗਏ, ਗੁਰਦੁਆਰਾ ਸਾਹਿਬ ਬੰਦ ਹੋ ਗਏ। ਬਹਾਦਰ ਸਿੰਘ ਹੋਰਾਂ ਨੇ ਸਿੱਖ ਸੇਵਾ ਵੱਲੋਂ ਹਰ ਗੁਰਦੁਆਰੇ ਨੂੰ ਜਿਨ੍ਹਾਂ ਨੇ ਆਪਣਾ ਨਾਮ ਭੇਜਿਆ, $500 ਇਮੀਡੀਏਟਲੀ। ਇਹ ਮੈਂ ਪਹਿਲੀ ਵਾਰੀ ਅੱਜ ਤੁਹਾਨੂੰ ਦੱਸ ਰਿਹਾ ਹਾਂ ਆਪਣੇ ਪਲੇਟਫਾਰਮ ਤੋਂ ਪਬਲਿਕਲੀ। ਇਹਦੀ ਨਿਊਜ਼ ਵੀ ਨਹੀਂ ਬਣਾਈ, ਮੇਰਾ ਕੰਮ ਨਿਊਜ਼ ਬਣਾਉਣਾ, ਇਹਦੀ ਨਿਊਜ਼ ਵੀ ਨਹੀਂ ਬਣਾਈ, ਚੁੱਪਚਾਪ ਇਹ ਸੇਵਾ ਕਰ ਦਿੱਤੀ। ਹੁਣ ਵੀ ਜਿਹੜੇ ਇਹ ਪੈਸੇ ਭੇਜੇ ਗਏ ਨੇ, ਇਹਦਾ ਫੰਡ ਇਕੱਠਾ ਨਹੀਂ ਕੀਤਾ ਗਿਆ। ਜਿਹੜੀ ਡਾਊਨ ਪੇਮੈਂਟ ਕਹਿ ਲਓ ਤੁਸੀਂ ਦਿੱਤੀ ਆ, ਉਹ ਸਾਰੀ
ਇਹਨਾਂ ਦੋ ਸੰਸਥਾਵਾਂ ਨੇ ਆਪਣੇ ਯਤਨਾਂ ਨਾਲ ਕਰਕੇ ਇਹ ਸਾਰੀ ਕੀਤੀ ਆ। ਤੀਜੀ ਗੱਲ ਜਿਹੜੀ ਮੈਂ ਇੱਕ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਤੁਸੀਂ ਬਿਗਨਿੰਗ 'ਚ ਕੀਤਾ ਸੀਗਾ ਕਿ ਪੀਟੀਸੀ ਨੂੰ ਜਿਹੜਾ ਇੱਕ ਬੜਾ ਸਨਮਾਨ ਮਿਲਿਆ ਹੈ, ਔਰ ਉਹ ਇਸ ਕਰਕੇ ਨਹੀਂ ਕਿ ਮੈਂ ਕੰਮ ਕਰਦਾ ਆ ਤੇ ਮੈਂ ਆਪਣੀ ਪਿੱਠ ਆਪ ਥਪਥਪਾ ਰਿਹਾ। ਪੀਟੀਸੀ ਨੂੰ ਕ੍ਰੈਡਿਟ ਜਾਂਦਾ ਹੈ ਕਿ ਪਹਿਲਾ ਸਿੱਖ ਰਿਪੋਰਟਰ ਜਿਹੜਾ ਵਾਈਟ ਹਾਊਸ ਤੋਂ ਰਿਪੋਰਟਿੰਗ ਕਰਦਾ ਹੈ, ਕੀ ਬਾਤ ਹੈ, ਉਹ ਪੀਟੀਸੀ ਨੇ ਅਪਾਇੰਟ ਕੀਤਾ ਵਾਈਟ ਹਾਊਸ ਦੇ ਵਿੱਚ ਭੇਜਣ ਲਈ, ਸਟੇਟ ਡਿਪਾਰਟਮੈਂਟ ਦੇ ਵਿੱਚ ਕੈਪੀਟਲ ਤੇ ਜਿਹੜਾ ਆਪਾਂ ਕਵਰ ਕਰ ਰਹੇ ਹਾਂ। ਇੱਕੋ ਇੱਕ ਵਾਹਦ ਚੈਨਲ ਸੀਗਾ ਜਿਨ੍ਹਾਂ ਨੇ ਕੀਤਾ ਕਿ ਜਦੋਂ 6 ਜਨਵਰੀ ਨੂੰ ਵੱਡੇ ਦੰਗੇ ਹੋ ਰਹੇ ਸੀਗੇ, ਇੱਕ ਪੱਗ ਵਾਲਾ ਉੱਥੇ ਖਲੋਤਾ। ਇਹ ਤੁਹਾਡੀ ਆਇਡੈਂਟੀਟੀ ਨਾਲ ਜਿਹੜਾ ਤੁਹਾਡਾ ਸਵਾਲ ਇਹਨਾਂ ਨੂੰ ਸੀਗਾ, ਉਹ ਵੀ ਨਾਲ ਇਹ ਕਵਰ ਹੋ ਰਹੀ ਆ। ਔਰ ਜਦੋਂ ਮੈਂ ਵਾਈਟ ਹਾਊਸ ਤੋਂ ਬਾਹਰ ਨਿਕਲਦਾ, ਜਿਹੜੀ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸਹਿਯੋਗ ਆ, ਸਿੱਖ ਸੇਵਾ ਵੱਲੋਂ ਆ, ਵਾਈਟ ਹਾਊਸ ਚੋਂ ਬਾਹਰ ਨਿਕਲਦਾ ਹੈ ਤੇ ਉੱਥੇ ਜਿਹੜੇ ਸਟੇਟ ਡਿਪਾਰਟਮੈਂਟ ਦੇ ਹੋਮਲੈਸ ਤੇ ਟੈਂਟ ਲੱਗੇ ਨੇ, ਉਹਨਾਂ ਲਈ ਕੁਛ ਨਾ ਕੁਛ ਮੈਂ ਸਰਦੇ ਆਪਣੀ ਸੰਸਥਾ ਵੱਲੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਅੰਤਰ ਸੰਬੰਧਿਤ ਨੇ। ਮੀਡੀਆ ਜੁੜਿਆ ਹੋਇਆ ਹੈ। ਅੱਜ ਤੁਸੀਂ ਇਹ ਪ੍ਰੋਗਰਾਮ ਲੈ ਕੇ ਆਏ ਹੋ, ਜੇ ਸਾਡੀ ਗੱਲਬਾਤ ਨਾ ਹੁੰਦੀ, ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਰ ਰਹੇ ਸੀ ਜਦੋਂ ਤੁਸੀਂ ਸ਼ੁਰੂ ਕੀਤਾ, ਜਿਸ ਤਰ੍ਹਾਂ ਨਾਲ ਇਹ ਇਮੋਸ਼ਨਲ ਸਾਡੇ ਰਿਸ਼ਪਾਲ ਸਿੰਘ ਜੀ ਢੀਂਡਸਾ ਹੋਏ ਨੇ, ਬੜੇ ਮੈਚੁਰ ਸਿਆਣੇ ਸੁਲਝੇ ਹੋਏ ਬੰਦੇ ਨੇ। ਮੈਂ ਖੁਦ ਇੱਥੇ ਬੈਠਾ ਇਮੋਸ਼ਨਲ ਹੋ ਰਿਹਾ ਸੀਗਾ ਕਿ ਇਹ ਸੇਵਾ ਗੁਰੂ ਰਾਮਦਾਸ ਦੇ ਆਸ਼ੀਰਵਾਦ ਨਾਲ ਮਿਲੀ ਆ। ਕੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿ ਕੇ ਜਾਂ ਜਿਹੜਾ ਸੇਵਾ ਕਰਨ ਵਾਲੀ ਸੰਸਥਾ ਹੈ, ਇੱਕ ਪੈਸਾ ਖਾ ਕੇ ਕਿੱਥੇ ਜਾਊਗੀ, ਉਹਦਾ ਕਿੰਨਾ ਕੁ ਲੰਮਾ ਹਿਸਾਬ ਦੇਣਾ ਪੈਣਾ, ਲੋਕ ਇਹ ਵੀ ਆਪਣੇ ਖਿਆਲ 'ਚ ਰੱਖਦੇ ਨੇ ਜਿਨ੍ਹਾਂ ਨੇ ਸੇਵਾ ਕਰਨੀ ਹੈ। ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਗੁੰਜਾਇਸ਼ ਹੀ ਨਹੀਂ ਹੈਗੀ। ਗੁਰੂ ਘਰ ਤਾਂ ਅਸੀਂ ਮੰਗਣ ਜਾਂਦੇ ਆ, ਗੁਰੂ ਘਰ ਦੇ ਨਾਂ ਤੇ ਤੁਸੀਂ ਇਕੱਠਾ ਕਰਕੇ ਕੀ ਕਰ ਲਓਗੇ। ਸੋ ਇਹ ਤੁਸੀਂ ਜਿਹੜੇ ਸਵਾਲ ਪੁੱਛੇ ਨੇ ਬਿਲਕੁਲ ਤੁਹਾਡੇ ਵਾਜਬ ਨੇ ਕਿ ਸੇਵਾ ਤੇ ਹੈ ਹੀ ਆ, ਨਾਲ ਸ਼ੰਕੇ ਵੀ ਬਹੁਤ ਨੇ। ਸੋ ਸ਼ੰਕੇ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਤੁਸੀਂ ਦੁਬਾਰਾ ਗੱਲ ਕਰੋਗੇ, ਫਿਰ ਇਹਨਾਂ ਦੇ ਜਵਾਬ ਸਾਰੇ ਜਿਹੜੇ ਲੋਕ ਬੈਠੇ ਨੇ ਇਹ ਜ਼ਰੂਰ ਤੁਹਾਨੂੰ ਦੇਣਗੇ। ਜੀ ਬਿਲਕੁਲ। ਧੰਨਵਾਦ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਐਨਪੀ ਸਿੰਘ, ਹਾਂਜੀ 30 ਸੈਕਿੰਡ ਆਪਣੇ ਕੋਲ। ਗੁਰੂ ਤੇਗ ਬਹਾਦਰ ਜੀ ਦਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ। ਸੋ ਮੇਰੇ ਖਿਆਲ ਵੀ ਇਹ ਜਿਹੜੀ ਇਨੋਵੇਟਿਵ એનર્ਜੀ ਦਾ ਸੋਰਸ ਅਸੀਂ ਯੂਜ਼ ਕਰਨਾ ਸ਼ੁਰੂ ਕਰ ਰਹੇ ਹਾਂ ਇਸ ਸਾਲ ਤੋਂ, ਇਹ ਵੀ ਇੱਕ ਸਮਰਪਿਤ ਹੋਏਗਾ ਵੀ ਸਾਡੇ ਗੁਰੂ ਸਾਹਿਬ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟਾ ਕਰ ਸਕੀਏ, ਔਰ ਆਪਣੀ ਜਿਹੜੀ ਧਾਰਮਿਕ ਸੰਸਥਾਵਾਂ ਦੇ ਵਿੱਚ ਇਨੋਵੇਟਿਵ ਟੈਕਨੋਲੋਜੀ ਬਹੁਤ ਜ਼ਰੂਰੀ ਹੈ, ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਸਾਡੇ ਧਰਮ ਨੂੰ ਇੱਕ ਮਾਡਰਨ ਧਰਮ ਮੰਨਿਆ ਜਾਂਦਾ। ਮਾਡਰਨ ਧਰਮ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਸਿਰਫ ਆਪਣੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਉਹਨਾਂ ਚੀਜ਼ਾਂ ਨੂੰ ਵੀ ਅਡਾਪਟ ਕਰਨਾ ਹੈ ਜਿਹੜੀਆਂ ਸਮੇਂ ਦੀ ਜ਼ਰੂਰਤ ਹੋਵੇ, ਅੱਜ ਦੀ ਲੋੜ ਹੋਵੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਰਿਸ਼ਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਜਿਸ ਆਸ਼ੇ ਦੇ ਨਾਲ ਤੁਸੀਂ ਇਹ ਸੇਵਾ ਲਈ ਹੈ, ਉਸ ਆਸ਼ੇ ਦੇ ਵਿੱਚ ਤੁਸੀਂ ਕਾਮਯਾਬ ਜ਼ਰੂਰ ਹੋਵੋ। ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਵਕਤ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਔਰ ਖਾਸ ਗੱਲ ਇਹ ਹੈ ਕਿ ਇੱਕ ਅਜਿਹੀ ਸੰਸਥਾ ਜੋ US ਦੇ ਵਿੱਚ ਰਹਿ ਕੇ ਸੇਵਾ ਨਿਭਾਉਂਦੀ ਹੈ, ਉਹ ਕਹਿੰਦੀ ਹੈ ਕਿ ਸਿਰ ਦਰਬਾਰ ਸਾਹਿਬ ਦੀ ਸੇਵਾ ਸਾਨੂੰ ਦਿੱਤੀ ਜਾਵੇ। ਇੱਕ ਸੋਲਰ ਪਾਵਰ ਪਲਾਂਟ ਲਗਾਉਣਾ ਬਹੁਤ ਵੱਡਾ ਇੱਕ ਪ੍ਰੋਜੈਕਟ ਹੈਗਾ, ਜਿਹਦੀ ਸੇਵਾ ਇਸ ਸੰਸਥਾ ਨੂੰ ਦਿੱਤੀ ਗਈ ਹੈ। ਰਿਸ਼ਪਾਲ ਸਿੰਘ ਹੋਰਾਂ ਨੇ ਇਹ ਸੇਵਾ ਲਈ ਹੈ। ਸੰਗਤਾਂ ਦੇ ਸਹਿਯੋਗ ਨਾਲ ਸੇਵਾ ਨੂੰ ਨੇਪਰੇ ਚਾੜਿਆ ਜਾਏਗਾ। ਕੁਝ ਮਹੀਨਿਆਂ ਦੇ ਵਿੱਚ ਹੀ ਇਹ ਸਾਰਾ ਪ੍ਰੋਜੈਕਟ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦੋਂ ਇਹ ਮੁਕੰਮਲ ਹੋ ਜਾਏਗਾ, ਜਦੋਂ ਇਹਦੇ ਫਰੂਟਫੁਲ ਨਤੀਜੇ ਸਾਹਮਣੇ ਆਣਗੇ, ਫਿਰ ਦੁਬਾਰਾ ਚਰਚਾ ਜ਼ਰੂਰ ਲੈ ਕੇ ਆਵਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सहे चलती रहे।